ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਦੀ ਕਥਾ ਵਾਰਤਾ ਹੋ ਰਹੀ ਹੈ। ਕੱਲ੍ਹ 82 ਛੰਦਾਂ ਤੱਕ ਕਥਾ ਹੋ ਗਈ ਸੀ। ਅੱਜ 83ਵੇਂ ਛੰਦ ਦੀ ਕਥਾ ਸ਼ੁਰੂ ਹੋ ਰਹੀ ਹੈ। ਦਸਮ ਪਾਤਸ਼ਾਹ ਕਹਿੰਦੇ, ਲੋਕ 14 ਕੇ ਬਿਖੈ, ਜਗ ਜਾਪ ਹੀ ਜਿਹ ਜਾਪ, ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਿਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਵਿਸ਼ਵ ਰਚਿਓ ਸਵਯੰਭਵ, ਗੜਨ ਭੰਜਨ ਹਾਰ। ਜਿਹੜੇ ਮੁਸਲਮਾਨ ਹਨ ਉਹ ਕਹਿੰਦੇ ਨੇ 14 ਤਬਕ ਨੇ, ਉਹ ਤਬਕ ਕਹਿੰਦੇ ਨੇ ਵੀ 7 ਆਕਾਸ਼ ਨੇ, 7 ਪਤਾਲ ਨੇ। ਹਿੰਦੂ ਕਹਿੰਦੇ ਨੇ 14 ਪੁਰੀਆਂ ਨੇ। ਈਸਾਈ ਵੀ ਕਹਿੰਦੇ ਨੇ 7 ਆਕਾਸ਼ ਨੇ, 7 ਪਤਾਲ ਨੇ। ਹਿੰਦੂ ਵੀ ਕਹਿੰਦੇ ਨੇ 14 ਪੁਰੀਆਂ ਭਾਵ 7 ਆਕਾਸ਼ ਨੇ, 7 ਪਤਾਲ ਨੇ। ਮੁਸਲਮਾਨ, ਹਿੰਦੂ, ਈਸਾਈ ਕਹਿੰਦੇ ਨੇ 7 ਨੇ। ਪਰ ਸਿੱਖ ਧਰਮ ਕਹਿੰਦੇ ਨਹੀਂ, ਲੱਖਾਂ ਹੀ ਨੇ, ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ। ਜਿਹੜੀ ਆਮ ਮਾਨਤਾ ਹੈ ਲੋਕਾਂ ਦੀ ਉਹ ਹੈ ਲੋਕ 14 ਕੇ ਬਿਖੈ। 14 ਹਿੰਦੀ ਦਾ ਸ਼ਬਦ ਹੈ, ਇਹਨੂੰ 14 ਨਕਰੇ ਨਹੀਂ ਪੜ੍ਹਨਾ, ਕਿਉਂਕਿ ਹਿੰਦੀ 11, 12, 13, 14, 15, 16, 17, 18 ਇਸ ਤਰ੍ਹਾਂ ਦਾ। ਲੋਕ 14 ਕੇ ਬਿਖੈ, ਬਿਖਿਆਂ ਦੇ ਵਿੱਚ 14 ਲੋਕਾਂ ਵਿੱਚ ਭਾਵ ਸਾਰੇ ਸੰਸਾਰ ਵਿੱਚ। ਜਗ ਜਾਪ ਹੀ ਜਿਹ ਜਾਪ, ਜਗ ਮਨੇ ਦੁਨੀਆ, ਜਿਹ ਮਨੇ ਜਿਸ ਦਾ। ਸਾਰੇ ਸੰਸਾਰ ਦੇ ਵਿੱਚ ਲੋਕ ਜਿਸ ਦਾ ਜਾਪ ਕਰ ਰਹੇ ਹਨ। ਜਗ ਭਾਵ ਲੋਕ, ਦੁਨੀਆ, ਸੰਸਾਰ। ਸਾਰੇ ਸੰਸਾਰ ਦੇ ਵਿੱਚ ਲੋਕ ਉਸ ਦਾ ਜਾਪ ਕਰ ਰਹੇ ਹਨ। ਆਦ ਦੇਵ, ਆਦ ਦੇਵ ਹੁੰਦਾ ਪ੍ਰਕਾਸ਼ ਸਰੂਪ, ਉਹਨੂੰ ਜੋਤ ਸਰੂਪ ਵੀ ਲਿਖਿਆ ਬਾਣੀ। ਪ੍ਰਕਾਸ਼ ਸਰੂਪ, ਪਰਮਾਤਮਾ ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਸਿਮਰਨ ਕਰਦੇ ਹਾਂ ਅੱਖਾਂ ਬੰਦ ਨੇ, ਬੰਦ ਅੱਖਾਂ ਦੇ ਤੁਹਾਨੂੰ ਪ੍ਰਕਾਸ਼ ਹੀ ਪ੍ਰਕਾਸ਼ ਵਿਖਾਈ ਦੇ ਰਿਹਾ ਹੈ। ਤਾਂ ਤੁਸੀਂ ਬਹੁਤ ਅੱਛੀ ਅਵਸਥਾ 'ਤੇ ਪਹੁੰਚ ਗਏ ਹੋ। ਸਾਡੀ ਕੋਠੀ ਦੇ ਪਿਛਲੇ ਪਾਸੇ 103 ਨੰਬਰ ਹੈ, ਉੱਥੇ ਕਿਰਾਏਦਾਰ ਰਹਿੰਦੇ ਸਨ। ਉਹ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਸੁਖਮਨੀ ਸਾਹਿਬ ਮੂੰਹ ਜ਼ਬਾਨੀ ਯਾਦ ਸੀ। ਉਹ ਹਰ ਵਕਤ ਸੁਖਮਨੀ ਸਾਹਿਬ ਦਾ ਪਾਠ ਕਰਦੇ ਰਹਿੰਦੇ, ਤੁਰਦੇ ਫਿਰਦੇ ਵੀ। ਮਿਸਿਸ ਮੇਰੇ ਉਹਨਾਂ ਨੂੰ ਵੇਖਦੇ ਰਹਿੰਦੇ ਸਨ। ਇੱਕ ਦਿਨ ਮੇਲ ਹੋ ਗਿਆ, ਬੀਬੀ ਜੀ ਕਹਿੰਦੇ ਵੀ ਬਾਪੂ ਜੀ ਤੁਸੀਂ ਬਹੁਤ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਪਰ ਤੁਸੀਂ ਅੰਮ੍ਰਿਤ ਨਹੀਂ ਛਕਿਆ, ਤੁਹਾਡੇ ਪਾਠ ਨੂੰ ਫਲ ਨਹੀਂ ਲੱਗ ਰਿਹਾ। ਤੁਸੀਂ ਅੰਮ੍ਰਿਤ ਛਕ ਲਓ, ਫਿਰ ਦੇਖੋ ਜਿੰਨਾ ਤੁਸੀਂ ਹੁਣ ਤੱਕ ਪਾਠ ਕੀਤੇ ਫਲ ਲੱਗੇਗਾ। ਕਈ ਵਾਰੀ ਅੱਗੋਂ ਜਿਹਨੂੰ ਆਪਾਂ ਕਹਿ ਰਹੇ ਹਾਂ ਉਸ ਵੇਲੇ ਸਤੋ ਗੁਣੀ ਹੁੰਦਾ। ਜਦੋਂ ਬੰਦਾ ਸਤੋ ਗੁਣੀ ਹੋਵੇ ਉਹ ਦੂਜੇ ਦੀ ਰਾਏ ਨੂੰ ਛੇਤੀ ਮੰਨ ਲੈਂਦਾ ਹੈ। ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹਨਾਂ ਨੇ ਕੁਝ ਦਿਨਾਂ ਬਾਅਦ ਅੰਮ੍ਰਿਤ ਛਕ ਲਿਆ।
ਅੰਮ੍ਰਿਤ ਛਕਿਆ ਜਿੱਦੇ ਤੇ ਉਹਦੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਪਹਿਲਾਂ ਜਿਵੇਂ ਉੱਠਦੇ ਸਨ ਉੱਠੇ, ਉਹ ਸਿਮਰਨ ਕਰਨ ਲੱਗ ਪਏ ਨੇ। ਸਵੇਰ ਦੇ 3 ਵਜੇ ਨੇ, ਘੁੱਪ ਹਨੇਰਾ ਕਮਰੇ 'ਚ, ਉਹਨਾਂ ਨੂੰ ਪ੍ਰਕਾਸ਼ ਹੀ ਪ੍ਰਕਾਸ਼ ਵਿਖਾਈ ਦੇਣ ਲੱਗ ਪਿਆ। ਉਹਨਾਂ ਸਮਝਿਆ ਬੱਚਿਆਂ ਨੇ ਲਾਈਟ ਜਗਾ ਦਿੱਤੀ ਹੈ ਵੀ ਮੇਰੇ ਕਮਰੇ ਦੀ। ਉਹ ਕਹਿੰਦੇ ਬੱਚਿਓ ਇਹ ਲਾਈਟ ਬੰਦ ਕਰੋ। ਉਹ ਕਹਿੰਦੇ ਦਾਦਾ ਜੀ ਤੁਹਾਡੇ ਕਮਰੇ 'ਤੇ ਘੁੱਪ ਹਨੇਰਾ ਹੈ। ਕਹਿੰਦੇ ਨਹੀਂ ਨਹੀਂ ਮੇਰੇ ਕਮਰੇ 'ਚ ਚਾਨਣ ਹੀ ਚਾਨਣ ਹੈ। ਉਹ ਕਹਿੰਦੇ ਨਹੀਂ ਦਾਦਾ ਜੀ ਤੁਹਾਡੇ ਕਮਰੇ 'ਚ ਘੁੱਪ ਹਨੇਰਾ ਹੈ। ਅਗਲੇ ਦਿਨ ਫਿਰ ਉਹਨਾਂ ਦਾ ਮੇਰੀ ਮਿਸ ਦੇ ਨਾਲ ਮੇਲ ਹੋਇਆ। ਉਹਨਾਂ ਦੱਸਿਆ ਵੀ ਬੀਬਾ ਅੱਜ ਮੈਨੂੰ ਇੰਝ ਮਹਿਸੂਸ ਹੈ। ਕਹਿੰਦੇ ਬਾਪੂ ਜੀ ਬਸ ਗੱਲ ਬਣ ਗਈ, ਆਹੀ ਤੇ ਗੱਲ ਬਣਾਉਣੀ ਸੀ। ਤੁਹਾਡੀ ਭਜਨ ਬੰਦਗੀ ਬਹੁਤ ਸੀ, ਪਰ ਨਿਗੋਰੇ ਹੋਣ ਕਰਕੇ ਉਹਨੂੰ ਫਲ ਨਹੀਂ ਸੀ ਲੱਗ ਰਿਹਾ। ਜਿਉਂ ਹੀ ਤੁਸੀਂ ਅੰਮ੍ਰਿਤ ਛਕਿਆ ਤੁਹਾਡੀ ਭਜਨ ਬੰਦਗੀ ਨੂੰ ਫਲ ਲੱਗ ਗਿਆ ਹੈ। ਬਸ ਪਰਮਾਤਮਾ ਪ੍ਰਕਾਸ਼ ਸਰੂਪ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਆਦਿ ਦੇਵ, ਪਰਮਾਤਮਾ ਸ਼ੁਰੂ ਤੋਂ ਹੀ ਪ੍ਰਕਾਸ਼ ਸਰੂਪ ਹੈ। ਅਨਾਦ ਮੂਰਤ, ਉਹਦਾ ਆਪਣਾ ਕੋਈ ਆਦਿ ਨਹੀਂ ਹੈ, ਆਪਣਾ ਕੋਈ ਆਰੰਭ ਨਹੀਂ ਹੈ। ਉਹ ਸੰਸਾਰ ਦਾ ਤਾਂ ਆਰੰਭ ਹੈ, ਪਰ ਉਹਦਾ ਆਪਣਾ ਕੋਈ ਆਰੰਭ ਨਹੀਂ, ਆਪਣਾ ਕੋਈ ਆਦਿ ਨਹੀਂ। ਆਦਿ ਦੇਵ ਭਾਵ ਸ਼ੁਰੂ ਤੋਂ ਹੀ ਜੋਤ ਸਰੂਪ ਹੈ, ਪ੍ਰਕਾਸ਼ ਸਰੂਪ ਹੈ। ਅਨਾਦ ਮੂਰਤ, ਉਹਦਾ ਆਪਣਾ ਜਿਹੜਾ ਸਰੂਪ ਹੈ ਉਹਦਾ ਕੋਈ ਆਦਿ ਨਹੀਂ ਹੈ। ਪੂਰਨ ਥਾਪਿਓ ਸਭੈ ਜੇ ਥਾਪ, ਥਾਪਿਓ ਮੈਨੇ ਬਣਾਇਆ, ਜਿਸ ਨੇ ਸਾਰਾ ਸੰਸਾਰ ਬਣਾਇਆ ਨਾ, ਉਹ ਆਪ ਤੇ ਅਨਾਦ ਹੈ, ਉਹ ਤੇ ਅਨਾਦੀ ਹੈ, ਉਹਦਾ ਆਪਣਾ ਕੋਈ ਆਦਿ ਨਹੀਂ ਹੈ। ਉਹ ਸ਼ੁਰੂ ਤੋਂ ਹੀ ਪ੍ਰਕਾਸ਼ ਸਰੂਪ ਹੈ। ਪਰਮ ਰੂਪ, ਉਹਦਾ ਰੂਪ ਬਹੁਤ ਉੱਤਮ ਹੈ। ਪੁਨੀਤ ਮੂਰਤ, ਉਹਦਾ ਸਰੂਪ ਪਵਿੱਤਰ ਹੈ। ਪਵਿੱਤਰ ਤੇ ਪੁਨੀਤ ਇੱਕੋ ਹੀ ਮਤਲਬ ਹੈ। ਉਹਦਾ ਸਰੂਪ ਪਵਿੱਤਰ ਹੈ। ਪੂਰਨ ਪੁਰਖ ਅਪਾਰ, ਉਹ ਪੂਰਨ ਹੈ। ਪੁਰਖ, ਉਹ ਸਭ ਦੇ ਵਿੱਚ ਬਿਰਾਜਮਾਨ ਹੈ। ਅਪਾਰ, ਉਹ ਬੇਅੰਤ ਹੈ। ਉਹ ਪਰਮ ਰੂਪ ਹੈ, ਉਹ ਅਤੀ ਸੁੰਦਰ ਹੈ। ਪੁਨੀਤ ਮੂਰਤ ਹੈ, ਉਹ ਪਵਿੱਤਰ ਹੈ। ਪੂਰਨ ਹੈ, ਪੁਰਖ ਸਭ ਦੇ ਵਿੱਚ ਬਿਰਾਜਮਾਨ ਹੈ। ਅਪਾਰ, ਬੇਅੰਤ ਹੈ। ਸਰਬ ਵਿਸ਼ਵ ਰਚਿਓ ਸਵਯੰਭਵ, ਸਵਯੰਭਵ ਹੁੰਦਾ ਆਪਣੇ ਆਪ ਤੋਂ। ਵਿਸ਼ਵ ਸੰਸਾਰ ਨੂੰ ਕਹਿੰਦੇ ਨੇ। ਇੱਕ ਵਰਲਡ ਹੁੰਦਾ ਹੈ, ਇੱਕ ਯੂਨੀਵਰਸ ਹੁੰਦਾ ਹੈ। ਵਰਲਡ ਤਾਂ ਜਿਸ ਸੰਸਾਰ 'ਚ ਅਸੀਂ ਰਹਿ ਰਹੇ ਹਾਂ, ਇਹੋ ਜਿਹੇ ਸੰਸਾਰ ਪਤਾ ਹੀ ਨਹੀਂ ਕਿੰਨੇ ਕਿੰਨੇ। ਜਦੋਂ ਲੱਖਾਂ ਹੀ ਆਕਾਸ਼ ਨੇ, ਲੱਖਾਂ ਹੀ ਪਤਾਲ ਨੇ, ਤਾਂ ਪਤਾ ਹੀ ਨਹੀਂ ਕਿੰਨੇ ਸੰਸਾਰ ਨੇ। ਇਸ ਲਈ ਜੋ ਕੁਝ ਵੀ ਪਰਮਾਤਮਾ ਨੇ ਬਣਾਇਆ ਹੈ ਉਹਨੂੰ ਕਹਿੰਦੇ ਨੇ ਵਿਸ਼ਵ, ਉਹਨੂੰ ਵਿਸ਼ਵ ਕਹਿੰਦੇ। ਸਰਬ ਵਿਸ਼ਵ ਰਚਿਓ ਸਵਯੰਭਵ, ਤੂੰ ਆਪਣੇ ਆਪ ਤੋਂ ਇਸ ਸਾਰੇ ਵਿਸ਼ਵ ਨੂੰ ਬਣਾਇਆ ਹੈ। ਗੜਨ ਭੰਜਨਹਾਰ, ਗੜਨ ਬਣਾਉਣ ਵਾਲਾ, ਭੰਜਨ ਨਾਸ਼ ਕਰਨ ਵਾਲਾ। ਤੂੰ ਆਪ ਹੀ ਬਣਾਉਣ ਵਾਲਾ ਹੈ, ਆਪ ਹੀ ਨਾਸ਼ ਕਰਨ ਵਾਲਾ ਹੈ। ਪਰਮਾਤਮਾ ਬਣਾਉਣ ਵਾਲਾ ਵੀ ਹੈ ਅਤੇ ਪਰਮਾਤਮਾ ਨਾਸ਼ ਕਰਨ ਵਾਲਾ ਵੀ ਹੈ। ਸੋ ਪਰਮਾਤਮਾ ਲੋਕ 14 ਕੇ ਵਿਖੇ, ਪਰਮਾਤਮਾ 14 ਲੋਕਾਂ ਦੇ ਵਿੱਚ ਹੈ, ਭਾਵ ਸਾਰੇ ਸੰਸਾਰ ਦੇ ਵਿੱਚ ਹੈ। ਜਗ ਜਾਪ ਹੀ ਜਿਹ ਜਾਪ, ਤੇ ਸਾਰਾ ਸੰਸਾਰ ਉਸ ਦਾ ਜਾਪ ਕਰਦਾ ਹੈ, ਉਹਦਾ ਸਿਮਰਨ ਕਰਦਾ ਹੈ,
ਉਹਦਾ ਨਾਮ ਜਪਦਾ ਹੈ। ਆਦਿ ਦੇਵ ਹੈ, ਉਹ ਆਰੰਭ ਤੋਂ ਹੀ ਪ੍ਰਕਾਸ਼ ਸਰੂਪ ਹੈ। ਅਨਾਦਿ ਮੂਰਤ ਹੈ, ਉਹਦਾ ਕੋਈ ਆਦਿ ਨਹੀਂ ਹੈ, ਉਹ ਅਨਆਦ ਹੈ। ਉਹਦਾ ਕੋਈ ਆਦਿ ਨਹੀਂ ਹੈ, ਉਹ ਆਦਿ ਤੋਂ ਰਹਿਤ ਹੈ। ਥਾਪਿਓ ਸਭੈ ਜੇ ਥਾਪਿਓ ਮੈਨੇ ਬਣਾਇਆ, ਜਿਹ ਮੈਨੇ ਜਿਸ ਨੇ ਸਾਰਿਆਂ ਨੂੰ ਬਣਾਇਆ ਹੈ। ਜੋ ਕੁਛ ਵੀ ਦਿਸ ਰਿਹਾ ਹੈ ਜਾਂ ਜੋ ਅਦ੍ਰਿਸ਼ ਹੈ, ਉਹ ਸਭ ਪਰਮਾਤਮਾ ਦਾ ਬਣਾਇਆ ਹੋਇਆ ਹੈ। ਪਰਮ ਰੂਪ ਪੁਨੀਤ ਮੂਰਤ, ਪਰਮ ਰੂਪ, ਉਹਦਾ ਰੂਪ ਅਤੀ ਸੁੰਦਰ ਹੈ। ਪਰਮ ਉੱਤਮ ਨੂੰ ਕਹਿੰਦੇ ਨੇ। ਜੇ ਆਪਾਂ ਕਹਿੰਦੇ ਗੁੱਡ, ਬੈਟਰ, ਬੈਸਟ, ਇਸ ਤਰ੍ਹਾਂ ਪਰਮ ਹੈ। ਉਹਦਾ ਰੂਪ ਬਹੁਤ ਉੱਤਮ ਹੈ। ਪੁਨੀਤ ਮੂਰਤ, ਉਹਦੀ ਜਿਹੜਾ ਹੋਂਦ ਹੈ, ਸਰੂਪ ਹੈ, ਉਹ ਬੜਾ ਪਵਿੱਤਰ ਹੈ। ਮੂਰਤ ਸਰੂਪ ਨੂੰ ਕਹਿੰਦੇ ਨੇ। ਉਹਦਾ ਸਰੂਪ ਪਵਿੱਤਰ ਹੈ। ਪੂਰਨ ਪੁਰਖ ਅਪਾਰ, ਉਹ ਪੂਰਨ ਹੈ। ਪੁਰਖ, ਉਹ ਸਭ ਦੇ ਵਿੱਚ ਬਿਰਾਜਮਾਨ ਹੈ। ਅਪਾਰ, ਉਹ ਬੇਅੰਤ ਹੈ। ਸਰਬ ਵਿਸ਼ਵ ਰਚਿਓ ਸਵਯੰਭਵ, ਸਰਬ ਸਾਰਾ ਵਿਸ਼ਵ ਰਚਿਓ ਬਣਾਇਆ, ਸਵਯੰਭਵ ਆਪਣੇ ਆਪ ਤੋਂ। ਉਹਨੇ ਆਪਣੇ ਆਪ ਤੋਂ ਹੀ ਸਾਰਾ ਸੰਸਾਰ ਬਣਾਇਆ। ਉਹ ਇੱਕ ਸੀ, ਇੱਕ ਤੋਂ ਹੀ ਓਅੰਕਾਰ ਹੋਇਆ। ਇੱਕ ਅਤੇ ਓਅੰਕਾਰ ਅਲੱਗ-ਅਲੱਗ ਨਹੀਂ ਹੈਗੇ। ਦੇਖਣ ਨੂੰ ਦੇਖੋ ਦਰਖਤ ਹੈ, ਫੁੱਲ ਅੱਡ ਦਿਸਦੇ ਨੇ, ਫਲ ਅੱਡ ਨੇ, ਪੱਤੇ ਅੱਡ ਨੇ, ਟਹਿਣੀਆਂ ਅੱਡ ਨੇ, ਪਰ ਉਹ ਸਾਰੇ ਦਰਖਤ ਦਾ ਹੀ ਹਿੱਸਾ ਹਨ। ਉਹ ਦਰਖਤ ਤੋਂ ਅਲੱਗ ਨਹੀਂ ਹਨ। ਦਰਖਤ ਹੈ ਇਸ ਲਈ ਫੁੱਲ ਹੈ, ਦਰਖਤ ਹੈ ਇਸ ਲਈ ਪੱਤੇ ਨੇ, ਦਰਖਤ ਹੈ ਇਸ ਲਈ ਟਹਿਣੀਆਂ ਨੇ, ਦਰਖਤ ਹੈ ਇਸ ਲਈ ਫਲ ਹੈ। ਜੇ ਦਰਖਤ ਹੀ ਨਹੀਂ ਤੇ ਨਾ ਪੱਤੇ, ਨਾ ਫੁੱਲ, ਨਾ ਫਲ, ਕੁਛ ਨਹੀਂ ਨਾ ਹੋ ਸਕਦਾ। ਐਸੇ ਨੇ ਪਰਮਾਤਮਾ ਦਰਖਤ ਹੈ ਤੇ ਸਾਰਾ ਸੰਸਾਰ ਦੇ ਫੁੱਲ ਪੱਤੇ ਹਨ। ਉਸ ਇੱਕ ਤੋਂ ਹੀ ਇਹ ਸਾਰਾ ਸੰਸਾਰ ਬਣੇ। ਇੱਕ ਹੁੰਦਾ ਉਸ ਨੇ ਸਾਰਾ ਸੰਸਾਰ ਬਣਾਇਆ ਹੈ, ਇਹਦਾ ਮਤਲਬ ਉਹ ਅੱਡ ਹੋ ਜਾਏਗਾ, ਸੰਸਾਰ ਅੱਡ ਹੋ ਜਾਏਗਾ। ਜਿਵੇਂ ਮੂਰਤੀਕਾਰ ਹੈ, ਮੂਰਤੀਕਾਰ ਨੇ ਮੂਰਤੀ ਬਣਾਈ। ਮੂਰਤੀਕਾਰ ਹੋਰ ਹੈ, ਮੂਰਤੀ ਹੋਰ ਹੈ। ਨਹੀਂ, ਇਹ ਜਿਹੜਾ ਸੰਸਾਰ ਹੈ, ਜੇ ਤਾਂ ਆਪਾਂ ਕਹੀਏ ਪਰਮਾਤਮਾ ਨੇ ਸਾਰਾ ਸੰਸਾਰ ਬਣਾਇਆ ਹੈ, ਫਿਰ ਤਾਂ ਮੈਂ ਪਰਮਾਤਮਾ ਹੋਰ ਹੈ, ਸੰਸਾਰ ਹੋਰ ਹੈ। ਨਹੀਂ, ਉਸ ਇੱਕ ਪਰਮਾਤਮਾ ਤੋਂ ਇਹ ਸਾਰਾ ਸੰਸਾਰ ਬਣਿਆ ਹੋਇਆ ਹੈ। ਭਾਵੇਂ ਸੰਸਾਰ ਅਤੇ ਪਰਮਾਤਮਾ ਅਲੱਗ-ਅਲੱਗ ਨਹੀਂ ਹੈਗੇ। ਪਰਮਾਤਮਾ ਸੰਸਾਰ ਦੇ ਵਿੱਚ ਬੈਠਾ ਹੋਇਆ ਹੈ। ਇਸ ਲਈ ਇਹ ਸਾਰਾ ਸੰਸਾਰ ਉਸੇ ਤੋਂ ਹੀ ਬਣਿਆ ਹੋਇਆ ਹੈ। ਸਵਯੰਭਵ, ਪਰਮਾਤਮਾ ਨੇ ਆਪਣੇ ਆਪ ਤੋਂ ਸਾਰਾ ਵਿਸ਼ੇ ਬਣਾਇਆ ਹੈ। ਗੜਨ ਹੁੰਦਾ ਬਣਾਉਣ ਵਾਲਾ, ਜਿਹਨੂੰ ਆਪਾਂ ਘੜਨ ਵਾਲਾ ਕਹਿੰਦੇ, ਉਹ ਜੀ ਘੜ ਰਿਹਾ ਹੈ, ਬਣਾ ਰਿਹਾ। ਗੜਨ, ਪਰਮਾਤਮਾ ਬਣਾਉਣ ਵਾਲਾ ਹੈ, ਭੰਜਨਹਾਰ ਅਤੇ ਨਾਸ਼ ਕਰਨ ਵਾਲਾ ਹੈ। ਉਹ ਸੰਸਾਰ ਨੂੰ ਬਣਾਉਣ ਵਾਲਾ ਵੀ ਹੈ, ਉਹ ਸੰਸਾਰ ਦਾ ਨਾਸ਼ ਕਰਨ ਵਾਲਾ ਵੀ ਹੈ। ਅੱਗੇ ਕਹਿੰਦੇ ਕਾਲਹੀਨ ਕਲਾ ਸੰਯੁਕਤ, ਅਕਾਲ ਪੁਰਖ ਆਦੇਸ਼, ਧਰਮ ਧਾਮ ਸੋ ਭਰਮ ਰਹਿਤ, ਅਭੂਤ ਅਲਖ ਅਭੇਸ, ਅੰਗ ਰਾਗ ਨ ਰੰਗ ਜਾ ਕਹਿ, ਜਾਤ ਪਾਤ ਨ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤ ਦਾਇਕ ਕਾਮ। ਕਾਲਹੀਨ, ਉਹ ਮੌਤ ਤੋਂ ਰਹਿਤ ਹੈ। ਉਹ ਸਾਰਿਆਂ ਦੀ ਮੌਤ ਹੈ, ਪਰ ਆਪ ਮੌਤ ਤੋਂ ਰਹਿਤ ਹੈ। ਜੇ ਉਹ ਵੀ ਮਰਦਾ ਫਿਰ ਸਾਡੇ ਵਰਗੇ ਹੋਣਾ ਸੀ, ਉਹਨੂੰ ਕਿਹਨੇ ਪੂਜਣਾ ਸੀ? ਫਿਰ ਉਹਨੂੰ ਕਿਹਨੇ ਪੂਜਣਾ ਸੀ? ਉਹ ਕਾਲਹੀਨ ਹੈ,
ਉਹ ਕਾਲ ਤੋਂ ਰਹਿਤ ਹੈ। ਕਲਾ ਸੰਯੁਕਤ, ਸਾਰੀ ਸ਼ਕਤੀ ਉਹਦੇ ਕੋਲ ਵਿੱਚ ਹੈ, ਕੋਲ ਹੈ। ਉਹ ਸਾਰੀ ਸ਼ਕਤੀ ਦਾ ਮਾਲਕ ਹੈ, ਸਾਰੀਆਂ ਸ਼ਕਤੀਆਂ ਉਹਦੇ ਕੋਲ ਹਨ। ਅਕਾਲ ਪੁਰਖ ਆਦੇਸ਼, ਉਹ ਅਕਾਲ ਪੁਰਖ ਹੈ। ਸਮੇਂ ਦਾ ਉਸ 'ਤੇ ਕੋਈ ਅਸਰ ਨਹੀਂ। ਕਾਲ ਦਾ ਸਮਾਂ, ਸਾਡੇ 'ਤੇ ਸਮੇਂ ਦਾ ਅਸਰ ਹੈ। ਬਚਪਨ ਆਇਆ, ਫਿਰ ਜਵਾਨੀ ਆਈ, ਫਿਰ ਬੁਢਾਪਾ ਆਇਆ, ਸਾਡੇ 'ਤੇ ਸਮੇਂ ਦਾ ਅਸਰ ਹੈ। ਜਦੋਂ ਬੰਦਾ ਸੱਚ ਖੜ ਜਾਂਦਾ ਹੈ, ਇਸ 'ਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਉਹ ਜਿਹੋ ਜਿਹਾ ਗਿਆ ਉਹੇ ਜਿਹੇ ਰਹਿੰਦਾ, ਭਾਵੇਂ 1000 ਸਾਲ ਉੱਥੇ ਰਹੇ, ਉਹ 'ਤੇ ਸਮਾਂ ਹੀ ਕੋਈ ਨਹੀਂ। ਇਸ ਤਰ੍ਹਾਂ ਜਦੋਂ ਮਨੁੱਖ ਦੀ ਸਮਾਧੀ ਲੱਗਦੀ ਹੈ, ਉਹਦੇ ਲਈ ਸਮਾਂ ਰੁਕ ਜਾਂਦਾ ਹੈ। ਫਰਜ਼ ਕੋਈ ਇੱਕ ਬੰਦਾ ਹੈ, 20 ਸਾਲ ਦੀ ਉਮਰ 'ਚ ਉਹਦੀ ਸਮਾਧੀ ਲੱਗ ਗਈ, 30 ਸਾਲਾਂ ਬਾਅਦ ਜਾ ਕੇ ਉਹਦੀ ਸਮਾਧੀ ਖੁੱਲ੍ਹੀ। ਬਾਹਰਲੇ ਸੰਸਾਰ ਅਨੁਸਾਰ ਉਹਦੀ ਉਮਰ ਹੋ ਗਈ 50 ਸਾਲ, ਪਰ ਨਹੀਂ, ਜਦੋਂ ਸਮਾਧੀ ਲੱਗਦੀ ਹੈ ਉਹਦੀ ਸੁਰਤ ਸੱਚਖੰਡ ਪਹੁੰਚ ਗਈ ਹੈ, ਅਤੇ ਸੱਚਖੰਡ ਦੇ ਵਿੱਚ ਕੋਈ ਸਮਾਂ ਹੀ ਨਹੀਂ। ਇਸ ਲਈ 30 ਸਾਲਾਂ ਬਾਅਦ ਵੀ ਜਦੋਂ ਸਮਾਧੀ ਤੋਂ ਉੱਠੇਗਾ, ਜਿਹੋ ਜਿਹਾ ਬੈਠਾ ਸੀ ਉਹੋ ਜਿਹਾ ਹੀ ਹੈ। ਇਹ ਨਹੀਂ ਕਿ 50 ਸਾਲ ਦਾ ਉਹਨੇ ਬੁੱਢਾ ਹੋ ਗਿਆ ਜੀ, ਹੁਣ ਜਿਸ ਤਰ੍ਹਾਂ ਦਾ ਬੈਠਾ ਸੀ ਉਸੇ ਤਰ੍ਹਾਂ ਉੱਠੇਗਾ। ਸਮਾਧੀ ਦੇ ਵਿੱਚ ਨਾ ਭੁੱਖ, ਨਾ ਪਿਆਸ, ਨਾ ਨੀਂਦ, ਨਾ ਜੰਗਲ ਪਾਣੀ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਾਨੋ ਦੇ 30 ਸਾਲ ਦੀ ਸਮਾਧੀ ਲਈ 30 ਸਾਲ ਨੂੰ ਕੁਛ ਖਾਣਾ ਨਹੀਂ, ਕੋਈ ਪੀਣਾ ਨਹੀਂ, ਕੋਈ ਉੱਠਣਾ ਨਹੀਂ, ਕੋਈ ਲੇਟਣਾ ਨਹੀਂ, ਬਸ ਜਿੱਥੇ ਬੈਠਾ ਉਸੇ ਤਰ੍ਹਾਂ ਬੈਠਾ, ਕਿਉਂਕਿ ਸਮਾਂ ਹੀ ਕੋਈ ਨਹੀਂ। ਜਦੋਂ ਵਾਪਸ ਆਉਂਦਾ ਫਿਰ ਸਮਾਂ ਸ਼ੁਰੂ ਹੋ ਜਾਂਦਾ, ਫਿਰ ਸਮਾਂ, ਫਿਰ ਭੁੱਖ ਵੀ ਲੱਗੂ, ਪਿਆਸ ਵੀ ਲੱਗੂ, ਆਰਾਮ ਵੀ ਕਰੂ, ਸਵੇਂਗਾ ਵੀ, ਜਾਗੇਗਾ ਵੀ, ਸਮਾਂ ਪਾ ਕੇ ਬੁੱਢਾ ਵੀ ਹੋਵੇਗਾ। ਸਿੱਖ ਇਤਿਹਾਸ 'ਚ ਆਉਂਦਾ ਕਿ ਜਦੋਂ ਪੰਚਮ ਪਾਤਸ਼ਾਹ ਇਹ ਸਰੋਵਰ ਤਿਆਰ ਕਰ ਰਹੇ ਸਨ, ਚੌਥੇ ਪਾਤਸ਼ਾਹ ਨੇ ਸਰੋਵਰ ਅੰਮ੍ਰਿਤਸਰ ਸਰੋਵਰ ਤਿਆਰ ਕੀਤਾ, ਬਾਕੀ ਸਰੋਵਰ ਪੰਚਮ ਪਾਤਸ਼ਾਹ ਨੇ ਤਿਆਰ ਕੀਤਾ। ਸਰੋਵਰ ਤਿਆਰ ਹੋ ਰਿਹਾ ਜਿਹਦਾ ਨਾਂ ਸੰਤੋਖ ਸਰ। ਆਮ ਤੌਰ 'ਤੇ ਜਿਹੜੇ ਸਾਡੇ ਸਰੋਵਰ ਨੇ 18 ਫੁੱਟ ਡੂੰਘੇ ਨੇ, ਜਦੋਂ ਕੁਝ ਫੁੱਟ ਥਾਂ ਪੁੱਟ ਲਈ ਸਰੋਵਰ ਲਈ, ਇੱਥੋਂ ਕਿ ਕਮਰਾ ਨਿਕਲਿਆ ਛੋਟਾ ਜਿਹਾ। ਸਿੱਖਾਂ ਨੇ ਆ ਕੇ ਪੰਚਮ ਪਾਤਸ਼ਾਹ ਨੂੰ ਕਿਹਾ, ਮਹਾਰਾਜ ਜੀ ਵੀ ਇੱਕ ਕਮਰਾ ਨਿਕਲਿਆ। ਉਹਨਾਂ ਨੇ ਦਿਵਦ੍ਰਿਸ਼ੀ ਨਾਲ ਵੇਖਿਆ, ਕਹਿੰਦੇ ਭਾਈ ਉਹਦੇ ਵਿੱਚ ਇੱਕ ਮਹਾਤਮਾ ਬੈਠਾ, ਤੁਸੀਂ ਆਰਾਮ ਨਾਲ ਮਿੱਟੀ ਮੁੱਟੀ ਹਟਾਓ ਆਲੇ ਦੁਆਲੇ, ਅਸੀਂ ਵੀ ਉੱਥੇ ਆ ਰਹੇ ਹਾਂ। ਸਿੱਖਾਂ ਨੇ ਸਾਰੀ ਮਿੱਟੀ ਆਲੇ ਦੁਆਲੇ ਹਟਾਤੀ ਹੈ। ਉਹ ਕਮਰਾ ਜਿਹੜਾ ਬਣਾਇਆ ਸੀ ਛੋਟਾ ਜਿਹਾ, ਉਹਦੇ ਅੱਗੇ ਵੱਡਾ ਸਾਰਾ ਪੱਥਰ ਲੱਗਾ ਹੈ। ਗੁਰੂ ਸਿੱਖਾਂ ਨੇ ਕਿਹਾ ਪੱਥਰ ਹਟਾਓ। ਜਦੋਂ ਪੱਥਰ ਹਟਾਇਆ ਤਾਂ ਵਿੱਚ ਇੱਕ ਜੋਗੀ ਬੈਠਾ। ਗੁਰੂ ਮਾਰ ਕੇ ਇਹਨੂੰ ਚੱਕ ਕੇ ਬਾਹਰ ਲਿਆਓ। ਜੋਗੀ ਸਮਾਧੀ ਸਥਿਤ ਹੈ, ਚੌਂਕੜੀ ਮਾਰ ਕੇ ਉਸੇ ਤਰ੍ਹਾਂ ਬੈਠਾ। ਗੁਰੂ ਮਹਾਰਾਜ ਦਾ ਸਿਰ ਝੱਸਿਆ, ਉਹਦੀ ਸੁਰਤ ਨੂੰ ਹੇਠਾਂ ਲਿਆਂਦਾ। ਸੁਰਤ ਉੱਪਰ ਚੜ੍ਹੀ ਸੀ, ਸਵਾਸ ਦਸਮ ਦੁਆਰ ਚੜ੍ਹੇ ਹੋਏ ਸਨ, ਹੇਠਾਂ ਲਿਆਂਦੇ ਨੇ। ਉਹਨੇ ਅੱਖਾਂ ਖੋਲ੍ਹੀਆਂ, ਕਹਿੰਦੇ ਕੌਣ ਸਾ ਯੁੱਗ ਹੈ? ਸਿੱਖ ਕਹਿੰਦੇ ਕਲ ਯੁੱਗ ਹੈ। ਅੱਛਾ, ਫਿਰ ਤਾਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋ ਚੁੱਕਾ ਹੋਗਾ। ਸਿੱਖ ਕਹਿੰਦੇ ਹਾਂ ਜੀ, ਉਹਨਾਂ ਦੀ ਥਾਂ 'ਤੇ ਪੰਚਮ ਪਾਤਸ਼ਾਹ ਖੜ੍ਹੇ ਨੇ। ਕਹਿੰਦਾ ਮੈਂ ਇਸੇ ਸਮੇਂ ਦੀ ਹੀ ਉਡੀਕ ਕਰ ਰਿਹਾ ਸੀ। ਪੰਚਮ ਪਾਤਸ਼ਾਹ ਕਹਿੰਦੇ ਰਿਸ਼ੀ ਜੀ ਤੁਸੀਂ ਕੌਣ ਹੋ, ਆਪਣੇ ਬਾਰੇ ਦੱਸੋ। ਕਹਿੰਦੇ ਮੇਰਾ ਨਾਮ ਹੈ ਸੰਤੋਸ਼, ਜਿਹਨੂੰ ਪੰਜਾਬੀ ਸੰਤੋਖ ਕਹਿੰਦੇ। ਕਹਿੰਦੇ ਮੈਂ ਆਪਣੇ ਗੁਰੂ ਕੋਲ ਰਹਿੰਦਾ ਹੁੰਦਾ ਸੀ, ਬੜੇ ਭਜਨ ਬੰਦਗੀ ਅਸੀਂ ਕਰਦੇ ਸੀ। ਗੁਰੂ ਨੇ ਮੈਨੂੰ ਕੁਝ ਕਿਹਾ, ਮੈਂ ਉਹਨਾਂ ਦਾ ਹੁਕਮ ਨਹੀਂ ਮੰਨਿਆ, ਮੇਰੇ ਤੋਂ ਅਵੱਗਿਆ ਹੋ ਗਈ। ਉਹਨਾਂ ਮੈਨੂੰ ਸ਼ਰਾਪ ਦਿੱਤਾ, ਸ਼ਰਾਪ ਦਿੱਤਾ। ਮੈਂ ਬੜੀਆਂ ਬੇਨਤੀਆਂ ਤਰਲੇ ਕੀਤੇ,
ਕਹਿੰਦੇ ਵੀ ਹੁਣ ਤਾਂ ਮੈਂ ਕੁਛ ਨਹੀਂ ਕਰ ਸਕਦਾ, ਮੈਂ ਸ਼ਰਾਬ ਦੇ ਤੈਨੂੰ ਵਾਪਸ ਨਹੀਂ ਲੈ ਸਕਦਾ, ਪਰ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਹੋਣਗੇ, ਉਹ ਤੈਨੂੰ ਸ਼ਰਾਬ ਤੋਂ ਮੁਕਤ ਕਰਨਗੇ। ਤੇ ਕਹਿੰਦੇ ਕਿਰਪਾ ਕਰੋ, ਮੈਨੂੰ ਮੁਕਤ ਕਰੋ। ਕਹਿੰਦੇ ਕਿਉਂਕਿ ਸ਼ਰਾਬ ਦੇ ਤਾਂ ਮੈਂ ਸੋਚਿਆ ਵੀ ਅਜੇ ਤਾਂ ਦੁਆਪਰ ਯੁੱਗ ਹੈ ਨਾ, ਅਜੇ ਤਾਂ ਤ੍ਰੇਤਾ ਯੁੱਗ ਹੈ, ਵੀ ਕਲਯੁਗ ਪਤਾ ਨਹੀਂ ਕਦੋਂ ਹੋਣੇ। ਮੈਂ ਇਹ ਕਮਰਾ ਬਣਾਇਆ ਅਤੇ ਆਪਣੇ ਸਾਥੀਆਂ ਨੂੰ ਕਿਹਾ ਮੈਂ ਇਹਦੇ ਅੰਦਰ ਲੱਗਾ ਬੈਠਣ, ਬਾਹਰੋਂ ਇਹਨੂੰ ਬੰਦ ਕਰ ਦਿਓ। ਇੱਕ ਯੁੱਗ ਹੋ ਗਿਆ ਮੈਨੂੰ ਬੈਠਿਆ ਹੋਇਆ। ਇਹ ਤਾਂ ਮਤਲਬ ਜਦੋਂ ਸਮਾਧੀ ਲੱਗਦੀ ਹੈ ਸਮਾਂ ਰੁਕ ਜਾਂਦਾ ਹੈ, ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਰਹਿੰਦਾ, ਨਾ ਭੁੱਖ ਨਾਲ, ਨਾ ਪਿਆਸ ਨਾਲ, ਨਾ ਨੀਂਦ, ਨਾ ਭੁੱਖ, ਨਾ ਪਿਆਸ, ਨਾ ਗਰਮੀ, ਨਾ ਸਰਦੀ। ਮੰਨ ਲਓ ਕਿਸੇ ਦੀ ਸਮਾਧੀ ਲੱਗ ਗਈ ਹੈ, ਉਹਨੂੰ ਚੁੱਕ ਕੇ ਨਾ ਬਾਹਰ ਸੜਕ 'ਤੇ ਰੱਖ ਦਿੱਤਾ, ਸੜਕ ਵੀ ਸੜਦੀ ਬਲਦੀ ਹੈ, ਉੱਤੋਂ ਕਿੰਨੀ ਗਰਮੀ ਅੱਜ ਕੱਲ੍ਹ ਪੈ ਰਹੀ ਹੈ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਨੂੰ ਸੜਕ 'ਤੇ ਉਸੇ ਚੱਕ ਕੇ ਰੱਖ ਦਿਓ, ਉੱਥੇ ਬੈਠਾ ਰਹੇਗਾ, ਉੱਥੇ ਬੈਠਾ ਰਹੇਗਾ। ਉਹਦੀ ਸੁਰਤ ਸੱਚਖੰਡ 'ਚ ਗਈ ਹੋਈ ਹੈ, ਇਸ ਲਈ ਉਹਨੂੰ ਕੋਈ ਗਰਮੀ ਨਹੀਂ ਲੱਗ ਰਹੀ, ਉਹਨੂੰ ਕੋਈ ਭੁੱਖ ਪਿਆਸ ਕੁਛ ਨਹੀਂ ਲੱਗ ਰਿਹਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਉਹ ਅਕਾਲ ਪੁਰਖ ਹੈ, ਉਸ 'ਤੇ ਸਮੇਂ ਦਾ ਕੋਈ ਅਸਰ ਹੀ ਨਹੀਂ ਹੈ, ਆਦੇਸ਼ ਹੈ, ਉਹ ਦੇਸ਼ ਤੋਂ ਰਹਿਤ ਹੈ। ਉਹ ਇਹ ਨਹੀਂ ਕਹਿੰਦਾ ਮੇਰਾ ਦੇਸ਼ ਹਿੰਦੁਸਤਾਨ ਹੈ ਜਾਂ ਪਾਕਿਸਤਾਨ ਜਾਂ ਅਮਰੀਕਾ ਜਾਂ ਕੈਨੇਡਾ ਹੈ, ਉਹ ਆਦੇਸ਼ ਹੈ, ਉਹ ਦੇਸ਼ ਤੋਂ ਰਹਿਤ ਹੈ। ਧਰਮ ਧਾਮ, ਧਾਮ ਘਰ ਨੂੰ ਕਹਿੰਦੇ, ਧਰਮ ਹੀ ਉਹਦਾ ਘਰ ਹੈ, ਧਰਮ ਉਹਦਾ ਘਰ ਹੈ। ਸੋ ਭਰਮ ਰਹਿਤ, ਸੋ ਹੁੰਦਾ ਉਹ ਪਰਮਾਤਮਾ, ਭਰਮਾਂ ਤੋਂ ਰਹਿਤ ਹੈ। ਅਸੀਂ ਤਾਂ ਕਿਸੇ ਨਾ ਕਿਸੇ ਭਰਮ 'ਚ ਫਸੇ ਹੋਏ ਹਾਂ। ਗੁਰੂ ਨਾਨਕ ਦੇ ਸਿੱਖਾਂ ਨੂੰ ਸਾਰੇ ਵਹਿਮਾਂ ਭਰਮਾਂ ਤੋਂ ਕੱਢ ਦਿੱਤਾ ਸੀ ਕਿ ਭਾਈ ਕਿਸੇ ਮੜੀ ਮਸਾਣ ਨੂੰ ਨਹੀਂ ਤੁਸੀਂ ਪੂਜਣਾ, ਕਿਸੇ ਦੇਵੀ ਦੇਵਤੇ ਨੂੰ ਤੁਸੀਂ ਨਹੀਂ ਪੂਜਣਾ। ਲੋਕ ਮੜੀਆਂ ਮਸਾਣਾਂ ਨੂੰ ਪੂਜਦੇ ਰਹਿੰਦੇ ਸਨ। ਸਭ ਤੋਂ ਹਟਾਤਾ ਕਿ ਤੁਸੀਂ ਉਸ ਅਕਾਲ ਪੁਰਖ ਦੀ ਪੂਜਾ ਕਰਨੀ ਹੈ, ਹੋਰ ਕਿਸੇ ਨੂੰ ਨਹੀਂ ਪੂਜਣਾ, ਅਕਾਲ ਪੁਰਖ ਨੂੰ ਪੂਜਣਾ ਹੈ। ਸਾਰੇ ਵਹਿਮ ਪਰ, ਉਹ ਕਹਿੰਦੇ ਵਹਿਮਾਂ ਭਰਮਾਂ 'ਤੇ ਤਾਂ ਜਿਹੜੇ ਨਾਮ ਨਹੀਂ ਜਪਦੇ, ਬਾਣੀ ਕਹਿੰਦੇ ਸ਼ਗਨ ਅਪ ਸ਼ਗਨ ਤਿਸ ਕੋ ਲੱਗੇ ਜਿਸ ਚੀਤ ਨਾ ਆਵੇ। ਇਹ ਸ਼ਗਨ ਅਪ ਸ਼ਗਨ ਤੇ ਉਹਨਾਂ ਲਈ ਨੇ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ। ਕੋਈ ਕਹੇ ਬੁੱਧ ਕੰਮ ਸੁੱਧ, ਉਹ ਕਹਿੰਦੇ ਬੁੱਧ ਦਿਨ ਚੰਗਾ ਹੁੰਦਾ। ਸਿੱਖ ਧਰਮ ਕਹਿੰਦਾ ਜਿਸ ਦਿਨ ਤੁਸੀਂ ਭਜਨ ਬੰਦਗੀ ਕੀਤੀ ਉਹੀ ਦਿਨ ਚੰਗਾ, ਅਤੇ ਜਿਸ ਦਿਨ ਨਹੀਂ ਕੀਤੀ ਉਹ ਸ਼ਨੀਵਾਰ ਸਮਝ ਲਓ। ਬਸ ਸ਼ਨੀ ਤੋਂ ਡਰਦੇ ਨਾ ਲੋਕ। ਜੇ ਤੁਸੀਂ ਭਜਨ ਬੰਦਗੀ ਨਹੀਂ ਕਰਦੇ ਸਮਝੋ ਸ਼ਨੀਵਾਰ, ਅਤੇ ਜੇ ਭਜਨ ਬੰਦਗੀ ਕਰਦੇ ਸਾਰੇ ਦਿਨ ਵਧੀਆ ਨੇ। ਸ਼ਗਨ ਅਪ ਸ਼ਗਨ ਉਹਨਾਂ ਲਈ ਨੇ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ। ਭੂਤ ਪ੍ਰੇਤ ਵੀ ਉਹਨਾਂ ਲਈ ਨੇ ਜਿਹੜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ। ਇੱਕ ਵਾਰੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਸੰਤ ਈਸ਼ਰ ਸਿੰਘ ਜੀ ਮਹਾਰਾਜ ਬੈਠੇ ਨੇ ਕੁਰਸੀ 'ਤੇ, ਸਾਹਮਣੇ ਸੰਗਤ ਬੈਠੀ ਹੈ। ਕਿਸੇ ਭੂਤ ਦੀ ਗੱਲ ਸ਼ੁਰੂ ਹੋ ਗਈ ਹੈ। ਇੱਕ ਬੰਦਾ ਉੱਠਿਆ, ਕਹਿੰਦਾ ਮਹਾਰਾਜ ਜੀ ਇਹ ਭੂਤ ਪ੍ਰੇਤ ਹੁੰਦੇ ਨੇ? ਕਹਿੰਦੇ ਹਾਂ ਭਾਈ ਹੁੰਦੇ ਨੇ। ਤੁਸੀਂ ਦੇਖੇ ਨੇ? ਕਹਿੰਦੇ ਅਸੀਂ ਤਾਂ ਭਾਈ ਰੋਜ਼ ਹੀ ਵੇਖਦੇ ਹਾਂ। ਕਹਿੰਦੇ ਤੁਸੀਂ ਵਿਖਾ ਸਕਦੇ ਹੋ? ਕਹਿੰਦੇ ਹਾਂ ਵਿਖਾ ਸਕਦੇ ਹਾਂ। ਕਹਿੰਦੇ ਕਦੋਂ ਵਿਖਾਓਗੇ? ਕਹਿੰਦੇ ਹੁਣੇ ਹੀ ਵਿਖਾ ਦਿੰਦੇ ਹਾਂ। ਕਹਿ ਜੀ ਫਿਰ ਵਿਖਾਓ। ਅਤੇ ਮਹਾਂਪੁਰਖ ਕਹਿੰਦੇ ਭਾਈ ਜਿਹੜਾ ਤੁਹਾਡੇ 'ਚੋਂ ਸ਼ਰਾਬ ਪੀਂਦਾ ਹੈ ਸੱਚੋ ਸੱਚ ਉਹ ਖੜ੍ਹਾ ਹੋ ਜਾਏ। ਕਈ ਖੜ੍ਹੇ ਹੋ ਗਏ। ਕਹਿੰਦੇ ਜਿਉਂਦੇ ਹੀ ਭੂਤ ਨੇ, ਆ ਕਰ ਲੈ ਦਰਸ਼ਨ, ਇਹ ਦਰਸ਼ਨ ਕਰ ਲੈ, ਇਹ ਜਿਉਂਦੇ ਹੀ ਭੂਤ ਨੇ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸ਼ਰਾਬ ਪੀਣ ਵਾਲੇ ਨੂੰ ਕਦੇ ਭੂਤ ਨਹੀਂ ਚੰਬੜਦਾ, ਇਹ ਵੈਸ਼ਨੂੰ ਨੂੰ ਹੀ ਚੰਬੜਦੇ ਨੇ। ਤੁਸੀਂ ਬੜਾ ਹੈਰਾਨ ਹੋ ਗਏ। ਇੱਕ ਵੀ ਮੇਰੇ ਕੋਲ ਕੇਸ ਐਸਾ ਨਹੀਂ ਆਇਆ ਇੰਨੇ ਸਾਲਾਂ ਤੋਂ
2005 ਸੰਨ ਤੋਂ ਸੰਗਤ ਮੇਰੇ ਕੋਲ ਆਪਣੇ ਦੁੱਖ ਤਕਲੀਫ ਲੈ ਕੇ ਆ ਰਹੇ ਨੇ। ਬੀਬੀਆਂ ਬਹੁਤ ਆਉਂਦੀਆਂ ਮੈਨੂੰ, ਭੂਤ ਪਰੇ ਚੰਬੜੇ ਨੇ, ਵੈਸ਼ਨੂੰ ਵੀ ਆਉਂਦੇ ਨੇ, ਪਰ ਇੱਕ ਵੀ ਸ਼ਰਾਬੀ ਨਹੀਂ ਆ ਜਿਹਨੇ ਇਹ ਕਹਾ ਕੇ ਮੈਨੂੰ ਭੂਤ ਪਰੇ ਚੰਬੜੇ ਨੇ। ਲੋਕ ਮੈਨੂੰ ਪੁੱਛਦੇ ਉਹਨਾਂ ਨੂੰ ਕਿਉਂ ਨਹੀਂ ਭੂਤ ਚੰਬੜਦੇ? ਮੈਂ ਉਹ ਤੇ ਆਪ ਹੀ ਭੂਤ ਹੈ। ਚੋਰ ਚੋਰ ਮਸੇਰੇ ਪਾਈ, ਨਹੀਂ ਕਹਾਵਤ ਨੇ, ਚੋਰ ਚੋਰ ਮਸੇਰੇ ਪਾਈ, ਵੀ ਇੱਕ ਮਾਸੀ ਦੇ ਪੁੱਤਰ ਨੇ। ਪੀਣ ਵਾਲਾ ਵੀ ਭੂਤ, ਤੇ ਜਿਹੜਾ ਭੂਤ ਹੈ ਉਹ ਭੂਤ, ਉਹਨੂੰ ਪਤਾ ਨਹੀਂ ਲੱਗ ਰਿਹਾ ਪੀਣ ਵਾਲੇ, ਜਦੋਂ ਸ਼ਰਾਬ ਪਾਉਂਦਾ ਗਲਾਸੀ 'ਚ, ਉਹ ਭੂਤ ਆ ਕੇ ਵਿੱਚ ਹੀ ਪੀਵੀ ਜਾਂਦੇ ਨੇ। ਆਪਸੀ ਦੋਸਤੀ, ਉਹ ਕਿਉਂ ਚੰਬੜੇਗਾ ਉਹਨੂੰ ਕਿਉਂ ਚੰਬੜੇਗਾ? ਉਹ ਦੋਸਤ ਨੇ। ਅਗਲਾ ਕਹਿੰਦਾ ਹਾਂ ਮੈਨੂੰ ਪੀਣ ਨੂੰ ਮਿਲਦੀ ਹੈ, ਉਹਨੂੰ ਨਹੀਂ ਦਿਸ ਰਹੇ ਕਿ ਮੇਰੀ ਗਲਾਸੀ 'ਚ ਪੀ ਰਹੀਆਂ ਰੂਹਾਂ, ਉਹ ਪੀ ਰਹੇ, ਸ਼ਰਾਬ ਪੀ ਰਹੇ। ਇਸ ਲਈ ਸ਼ਰਾਬੀ ਨੂੰ ਕਦੇ ਵੀ ਭੂਤ ਪ੍ਰੇਤ ਨਹੀਂ ਚੰਬੜੇਗਾ। ਪਰ ਖਿਆਲ ਰੱਖਣਾ ਕਿਤੇ ਸ਼ਰਾਬ ਵੀ ਨਾ ਪੀਣ ਲੱਗ ਜੇ ਇਸ ਬਹਾਨੇ, ਵੀ ਬਾਬਾ ਜੀ ਕਹਿੰਦੇ ਸ਼ਰਾਬ ਪੀਣ ਭੂਤ ਪ੍ਰੇਤ ਨਹੀਂ ਚੰਬੜਦੇ, ਮੈਂ ਇਸ ਲਈ ਸ਼ਰਾਬ ਪੀਣੇ ਕਿ ਮੈਨੂੰ ਚੰਬੜ ਨਾ ਜਾਣ ਹੈ, ਹੋਰ ਨਾ ਕਿਤੇ ਵਕਤ ਖੜਾ ਕਰ ਲਿਓ, ਫਿਰ ਤੁਸੀਂ ਜਿਉਂਦੇ ਹੀ ਭੂਤ ਹੋ ਜਾਓਗੇ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਧਰਮ ਧਾਮ, ਧਰਮ ਉਹਦਾ ਘਰ ਹੈ, ਭਰਮ ਰਹਿਤ, ਉਹ ਭਰਮਾਂ ਤੋਂ ਰਹਿਤ ਹੈ, ਉਹਨੂੰ ਕੋਈ ਉਹ ਕਿਸੇ ਭਰਮ 'ਚ ਨਹੀਂ ਪੈਂਦਾ। ਜਦੋਂ ਉਹ ਭਰਮਾਂ ਤੋਂ ਰਹਿਤ ਹੈ, ਜਿਹੜਾ ਉਹਦਾ ਨਾਮ ਜਪੀ ਜਾਏਗਾ ਜਪੀ ਜਾਏਗਾ ਜਪੀ ਜਾਏਗਾ, ਉਹ ਪਰਮਾਤਮਾ ਵਰਗਾ ਹੋ ਜਾਏਗਾ। ਪਰਮਾਤਮਾ ਭਰਮਾਂ ਤੋਂ ਰਹਿਤ ਹੈ, ਉਹ ਮਨੁੱਖ ਵੀ ਭਰਮਾਂ ਤੋਂ ਰਹਿਤ ਹੋ ਜਾਏਗਾ, ਕਿਸੇ ਭਰਮ 'ਚ ਨਹੀਂ ਪੈਂਦਾ, ਉਹ ਕਿਸੇ ਭਰਮ 'ਚ ਨਹੀਂ ਪੈਂਦਾ, ਕਿਉਂਕਿ ਉਹਦਾ ਨਾਮ ਜਪਦਾ, ਉਹ ਆਪ ਵੀ ਭਰਮ ਰਹਿਤ ਹੋ ਜਾਏਗਾ। ਅਭੂਤ, ਭੂਤ ਇੱਕ ਤਾਂ ਜਿਹੜੀ ਗੱਲ ਚੱਲੀ ਸੀ ਉਹ ਹੈ ਭੂਤ ਹੁੰਦਾ ਤੱਤ, ਅਭੂਤ ਜਿਹੜਾ ਤੱਤਾਂ ਤੋਂ ਰਹਿਤ ਹੈ। ਆਪਾਂ 5 ਤੱਤਾਂ ਤੋਂ ਬਣੇ ਹੋਏ ਹਾਂ, ਪਰਮਾਤਮਾ ਕਿਸੇ ਤੱਤ ਤੋਂ ਨਹੀਂ ਬਣਿਆ, ਇਸ ਲਈ ਅਭੂਤ ਹੈ। ਅਲਾਖ, ਲਾਖ ਹੁੰਦਾ ਸਮਝਣਾ, ਅੰਦਾਜ਼ਾ ਲਾ ਲੈਣਾ, ਸਮਝਣਾ। ਪਰਮਾਤਮਾ ਅਲੱਖ, ਉਹ ਤਾਂ ਸਾਡੀ ਸਮਝ ਦੇ ਉੱਪਰ ਹੈ, ਅਸੀਂ ਉਸ ਨੂੰ ਸਮਝ ਹੀ ਨਹੀਂ ਸਕਦੇ, ਉਹ ਸਾਡੀ ਸਮਝ ਦੇ ਉੱਪਰ ਹੈ, ਅਲੱਖ ਹੈ। ਅਭੇਸ ਹੈ, ਉਹਦਾ ਕੋਈ ਭੇਸ, ਕੋਈ ਪਹਿਰਾਵਾ ਨਹੀਂ ਹੈ, ਉਹਦਾ ਕੋਈ ਭੇਖ ਨਹੀਂ, ਉਹ ਤੇ ਅਭੇਸ ਹੈ, ਅਲੱਖ ਹੈ, ਉਹਨੂੰ ਕੋਈ ਸਮਝ ਨਹੀਂ ਸਕਦਾ। ਅਭੂਤ ਹੈ, ਉਹ ਤੱਤਾਂ ਤੋਂ ਰਹਿਤ ਹੈ, ਭਰਮ ਰਹਿਤ ਹੈ, ਉਹ ਭਰਮਾਂ ਤੋਂ ਰਹਿਤ ਹੈ। ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਉਹਦਾ ਨਾ ਕੋਈ ਅੰਗ ਹੈ, ਨਾ ਰਾਗ ਹੈ, ਨਾ ਰੰਗ ਹੈ। ਜਾ ਕਹਿ ਦਾ ਜਿਸ ਦਾ, ਜਾ ਕਹਿ ਜਿਸ ਦਾ, ਜਿਸ ਦਾ ਨਾ ਕੋਈ ਅੰਗ ਹੈ, ਨਾ ਰਾਗ ਹੈ, ਨਾ ਰੰਗ ਹੈ। ਜਾਤ ਪਾਤ ਨਾ ਨਾਮ, ਜਿਹਦੇ ਕੋਲ ਨਾ ਜਾਤ ਹੈ, ਨਾ ਪਾਤ ਹੈ, ਨਾ ਕੋਈ ਨਾਮ ਹੈ, ਉਹਦਾ ਕੋਈ ਨਾਮ ਨਹੀਂ, ਉਹਦੀ ਕੋਈ ਜਾਤ ਨਹੀਂ, ਉਹਦੀ ਕੋਈ ਗੋਤ ਨਹੀਂ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਰਾਗ ਅੰਗ ਨਹੀਂ। ਗਰਭ ਗੰਜਨ, ਗਰਭ ਹੰਕਾਰ ਨੂੰ ਕਹਿੰਦੇ ਨੇ, ਹਿੰਦੀ ਕੇ ਗਰਭ, ਗੱਗਾ ਵਾਹ ਵਾਹ ਉੱਤੇ ਰਾਰਾ, ਗਰਭ, ਉਹ ਤੋਂ ਬਣਾਏ ਗਰਭ ਬੱਬੇ ਨਾਲ। ਹੰਕਾਰ, ਗੰਜਨ ਹੁੰਦਾ ਤੋੜਨ ਵਾਲਾ, ਜਿਵੇਂ ਪਰਮਾਤਮਾ ਹੰਕਾਰ ਨੂੰ ਤੋੜਨ ਵਾਲਾ ਹੈ। ਤਾਂ ਹੀ ਕਹਿੰਦੇ ਪ੍ਰਾਈਡ ਹੈ ਤੇ ਫਾਲ, ਹੰਕਾਰਿਆ ਸੋ ਮਾਰਿਆ। ਹਰ ਜੀ ਅਹੰਕਾਰ ਨਾ ਭਾਵੇ, ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਤੂੰ ਕਿਸ ਚੀਜ਼ ਦਾ ਹੰਕਾਰ ਕਰ ਰਿਹਾ? ਜਿਸ ਚੀਜ਼ ਦਾ ਹੈ ਇਨਸਾਨ ਤੂੰ ਹੰਕਾਰ ਕਰ ਰਿਹਾ, ਤੇ ਮੈਂ ਤੈਨੂੰ ਦਿੱਤੀ ਹੈ, ਮੇਰੀ ਚੀਜ਼ ਦਾ ਕੀ ਹੰਕਾਰ ਹੈ ਤੇਰੇ ਦੇ? ਇੱਕ ਬੰਦਾ ਆਪਣੀ ਅਕਲ 'ਤੇ ਹੰਕਾਰ ਕਰ ਰਿਹਾ, ਮੈਂ ਬੜਾ ਅਕਲਮੰਦ ਹਾਂ। ਕਈ ਲੋਕ ਬੜੇ ਅਕਲਮੰਦ ਹੁੰਦੇ ਨੇ, ਬੜਾ ਅਕਲਮੰਦ। ਹੁਣ ਉਹ ਹੰਕਾਰ ਕਰੇ ਬੜਾ ਅਕਲਮੰਦ ਹਾਂ, ਉਹ ਪਰਮਾਤਮਾ ਦਾ ਤੈਨੂੰ ਅਕਲ ਤੇ ਤੈਨੂੰ ਮੈਂ ਦਿੱਤੀ ਹੈ, ਨਹੀਂ ਤਾਂ ਸਾਰੇ ਨਾ ਅਕਲਮੰਦ ਹੋ ਜਾਣ। ਗੁਰਬਾਣੀ ਆਪਨ ਲਿਆ ਜੇ ਮਿਲੇ ਵਿਛੜ ਕਿਉ ਰਵਨ,
ਜੇ ਆਪਣੇ ਯਤਨਾਂ ਨਾਲ ਪਰਮਾਤਮਾ ਮਿਲਦਾ ਹੁੰਦਾ, ਜਿਹੜੇ ਪਰਮਾਤਮਾ ਵਿਛੜ ਗਏ ਨੇ ਉਹ ਘਰੋਂਦੇ ਬਈ ਉਹਨੂੰ ਮਿਲ ਲੈਂਦੇ। ਜੇ ਆਪਣੇ ਯਤਨਾਂ ਨਾਲ ਮਿਲਦਾ ਉਹ ਵੀ ਯਤਨ ਕਰ ਲੈਂਦੇ, ਉਹ ਤੇ ਕਿਰਪਾ ਨਾਲ ਮਿਲਦਾ ਹੈ। ਇਸ ਲਈ ਜੋ ਕੁਛ ਵੀ ਸਾਡੇ ਕੋਲੇ ਹੈ ਇਹ ਤੇ ਪਰਮਾਤਮਾ ਦਾ ਦਿੱਤਾ ਹੋਇਆ ਸੁੰਦਰਤਾ ਹੈ, ਇਹ ਤੇ ਮਾਣ ਨਹੀਂ ਕਰਨਾ। ਇੱਕ ਹੁੰਦਾ ਹੰਕਾਰ, ਇੱਕ ਹੁੰਦਾ ਮਾਣ। ਹੰਕਾਰ ਹੋਰ ਚੀਜ਼ ਹੈ, ਮਾਣ ਹੋਰ ਚੀਜ਼ ਹੈ। ਤੁਸੀਂ ਚੰਗੇ ਹੋ, ਤੁਹਾਨੂੰ ਆਪਣੇ 'ਤੇ ਆਪ ਮਾਣ ਹੋਣਾ ਚਾਹੀਦਾ, ਪਰ ਹੰਕਾਰ ਨਹੀਂ ਹੋਣਾ ਚਾਹੀਦਾ ਕਿ ਇਹ ਭੈੜੇ ਨੇ ਅਤੇ ਮੈਂ ਚੰਗਾ। ਮਾਣ ਹੋਣਾ ਚਾਹੀਦਾ ਹੈ। ਤੁਸੀਂ ਪੜ੍ਹਾਈ 'ਚ ਹੁਸ਼ਿਆਰ ਹੋ, ਤੁਹਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਹਾਂ, ਤੁਸੀਂ ਮਾਣ ਕਰ ਸਕਦੇ ਹੋ। ਸੋ ਹੰਕਾਰ 'ਚ ਹਉਮੈ ਹੁੰਦੀ ਹੈ, ਅਤੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹਉਮੈ ਦਾ ਅਤੇ ਪਰਮਾਤਮਾ ਦਾ ਵੈਰ ਹੈ ਵੀ, ਇਹ ਦੋਨੋਂ ਇੱਕ ਥਾਂ 'ਤੇ ਕਿਵੇਂ ਰਹਿ ਸਕਦੇ? ਜੇ ਹਉਮੈ ਹੋਏਗੀ ਤਾਂ ਰੱਬ ਨਹੀਂ ਹੋਏਗਾ, ਜੇ ਰੱਬ ਹੋਏਗਾ ਤਾਂ ਫਿਰ ਹਉਮੈ ਨਹੀਂ ਹੋਏਗੀ, ਫਿਰ ਹਉਮੈ ਨਹੀਂ ਹੋਏਗੀ, ਇੱਕੋ ਹੀ ਚੀਜ਼ ਰਹੇਗੀ। ਜਿਵੇਂ ਦਿਨ ਹੈ ਤਾਂ ਰਾਤ ਨਹੀਂ ਹੈ, ਜੇ ਰਾਤ ਹੈ ਤਾਂ ਮੈਂ ਦਿਨ ਨਹੀਂ ਹੈ। ਜੇ ਮੈਂ ਤੰਦਰੁਸਤ ਹਾਂ ਇਹਦਾ ਮਤਲਬ ਬਿਮਾਰੀ ਨਹੀਂ ਹੈ, ਜੇ ਮੈਂ ਬਿਮਾਰ ਹਾਂ ਇਹਦਾ ਤੰਦਰੁਸਤੀ ਨਹੀਂ ਹੈ। ਇੱਕੋ ਹੀ ਸਭ ਇੱਕ ਚੀਜ਼ ਹੋਈ ਨਾ ਇੱਕ ਸਮੇਂ 'ਤੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਫਿਰ ਜਿਹੜਾ ਹੰਕਾਰ ਕਰਦਾ ਪਰਮਾਤਮਾ ਗੰਜਨ ਹੈ, ਹੰਕਾਰ ਨੂੰ ਤੋੜਨ ਵਾਲਾ ਹੈ। ਦੁਸ਼ਟ ਭੰਜਨ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਮੁਕਤਦਾਇਕ, ਉਹ ਮੁਕਤੀ ਦੇਣ ਵਾਲਾ ਹੈ। ਕਾਮ ਮਿਲੇ ਕੰਮ, ਇਹ ਉਹਦੇ ਕੰਮ ਨੇ। ਉਹਦੇ ਕੀ ਕੰਮ ਨੇ? ਉਹ ਹੰਕਾਰ ਨੂੰ ਨਾਸ਼ ਕਰਨ ਵਾਲਾ ਹੈ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਮੁਕਤੀ ਦੇਣ ਵਾਲਾ ਹੈ। ਇਹ ਉਹਦੇ ਕੰਮ ਨੇ। ਫਿਰ ਸੁਣ ਲਓ, ਕਾਲਹੀਨ, ਉਹ ਸਮੇਂ ਤੋਂ ਰਹਿਤ ਹੈ। ਕਲਾ ਸੰਯੁਕਤ, ਕਲਾ ਸ਼ਕਤੀ ਨੂੰ ਕਹਿੰਦੇ ਨੇ। ਉਹਦੇ ਕੋਲ ਕਈ ਸ਼ਕਤੀਆਂ ਹਨ, ਹਰ ਪ੍ਰਕਾਰ ਦੀ ਸ਼ਕਤੀ ਉਸਦੇ ਕੋਲ ਹੈ। ਅਕਾਲ ਪੁਰਖ ਹੈ, ਉਹ ਮੌਤ ਤੋਂ ਰਹਿਤ ਹੈ, ਆਦੇਸ਼ ਹੈ, ਉਹਦਾ ਆਪਣਾ ਕੋਈ ਦੇਸ਼ ਨਹੀਂ ਹੈ। ਧਰਮ ਧਾਮ ਹੈ, ਧਰਮ ਹੀ ਉਸਦਾ ਧਾਮ ਹੈ, ਧਰਮ ਹੀ ਉਸਦਾ ਘਰ ਹੈ। ਭਰਮ ਰਹਿਤ, ਉਹ ਕਿਸੇ ਭਰਮ 'ਚ ਨਹੀਂ ਹੁੰਦਾ, ਉਹ ਵਹਿਮਾਂ ਭਰਮਾਂ 'ਚ ਨਹੀਂ ਹੈ, ਉਹ ਭਰਮ ਰਹਿਤ ਹੈ। ਅਭੂਤ ਹੈ, ਉਹ ਤੱਤਾਂ ਤੋਂ ਰਹਿਤ ਹੈ। ਅਲਖ, ਉਹ ਸਮਝ ਤੋਂ ਪਰੇ ਹੈ। ਅਭੇਸ, ਉਹਦਾ ਕੋਈ ਵਿਸ਼ੇਸ਼ ਪ੍ਰਕਾਰ ਦਾ ਪਹਿਰਾਵਾ ਨਹੀਂ ਹੈ। ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਉਹਦਾ ਕੋਈ ਅੰਗ ਨਹੀਂ, ਉਹਦਾ ਕੋਈ ਰਾਗ ਰੰਗ ਨਹੀਂ, ਉਹਦੀ ਕੋਈ ਜਾਤ ਪਾਤ ਨਹੀਂ, ਉਹਦਾ ਕੋਈ ਨਾਮ ਨਹੀਂ। ਗਰਭ ਗੰਜਨ ਦੁਸ਼ਟ ਭੰਜਨ, ਉਹ ਹੰਕਾਰ ਨੂੰ ਤੋੜਨ ਵਾਲਾ ਹੈ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਮੁਕਤਦਾਇਕ ਕੰਮ, ਅਤੇ ਉਹਦੇ ਕੰਮ ਹੈ ਮੁਕਤੀ ਦੇਣਾ, ਉਹ ਮੁਕਤੀ ਦਿੰਦਾ ਹੈ। ਅੱਗੇ ਦਸਮ ਪਾਤਸ਼ਾਹ ਕਹਿੰਦੇ, ਆਪ ਰੂਪ ਅਮੀਕ ਅਨ ਉਸਤਤ। ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ, ਆਦ ਰੂਪ ਅਸੂਤ, ਅੰਗਹੀਨ ਅਭੰਗ ਅਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ, ਸਰਬ ਕੋ ਪ੍ਰਤਿਪਾਰ। ਆਪ ਰੂਪ, ਉਹ ਆਪਣੇ ਆਪ ਤੋਂ ਹੈ, ਉਹਨੂੰ ਕਿਸੇ ਬਣਾਇਆ ਨਹੀਂ। ਸਾਨੂੰ ਤਾਂ ਪਰਮਾਤਮਾ ਨੇ ਬਣਾਇਆ ਹੈ, ਮਾਂ ਪਿਓ ਰਾਹੀਂ ਸਾਨੂੰ ਜਨਮ ਦਿੱਤਾ ਹੈ। ਉਹ ਤਾਂ ਆਪ ਰੂਪ ਹੈ, ਉਹ ਆਪਣੇ ਆਪ ਤੋਂ ਹੈ। ਅਮੀਕ, ਉਹ ਅਥਾਹ ਹੈ, ਜਿਹਦੀ ਡੂੰਘਾਈ ਦਾ, ਜਿਸ ਦੀ ਵਿਸ਼ਾਲਤਾ ਦਾ, ਜਿਹਦਾ ਵੱਡੇਪਣ ਦਾ ਪਤਾ ਹੀ ਨਾ ਹੋਵੇ। ਅਮੀਕ ਅਥਾਹ, ਪਰਮਾਤਮਾ ਆਪਣੇ ਆਪ ਤੋਂ ਹੈ, ਅਮੀਕ ਅਥਾਹ ਹੈ। ਅਣ ਉਸਤਤ, ਉਹ ਉਸਤਤ ਤੋਂ ਰਹਿਤ ਹੈ, ਭਾਵ ਉਹਦੀ ਕੋਈ ਉਸਤਤ ਕਰ ਹੀ ਨਹੀਂ ਸਕਦਾ। ਉਹਦੀ ਵਡਿਆਈ ਹੀ ਇੰਨੀ ਜ਼ਿਆਦਾ ਹੈ ਕਿ ਸਾਰੀ ਵਡਿਆਈ ਉਸਦੀ ਕੋਈ ਕਰ ਹੀ ਨਹੀਂ ਸਕਦਾ।
ਇਸ ਲਈ ਉਸਤਤ ਤੋਂ ਰਹਿਤ ਹੈ। ਏਕ ਪੁਰਖ, ਉਹ ਇੱਕੋ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਜੇ ਉਹਦੇ ਵਰਗਾ ਹੁੰਦਾ ਫਿਰ ਇੱਕ ਨਹੀਂ ਸੀ ਗੁਰੂ ਮਹਾਰਾਜ ਲਿਖਣਾ। ਗੁਰੂ ਨਾਨਕ ਨੇ ਏਕਾ ਪਾਇਆ ਹੈ ਵੀ ਉਹ ਇੱਕੋ ਇੱਕ ਹੈ ਬਸ ਸੰਸਾਰ 'ਚ, ਹੋਰ ਉਹਦੇ ਵਰਗਾ ਕੋਈ ਨਹੀਂ ਹੈ। ਇਸ ਲਈ ਏਕ ਪੁਰਖ ਹੈ, ਉਹ ਇੱਕੋ ਇੱਕ ਪੁਰਖ ਹੈ। ਅਵਧੂਤ ਹੁੰਦਾ ਨਿਰਲੇਪ ਪੁਰਖ ਹੁੰਦਾ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ। ਏਕ ਹੈ, ਉਹ ਇੱਕੋ ਇੱਕ ਹੈ, ਪੁਰਖ ਹੈ ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ। ਅਵਧੂਤ ਹੈ, ਸਾਰਿਆਂ ਦੇ ਵਿੱਚ ਵਸਦਾ ਹੋਇਆ ਵੀ ਨਿਰਲੇਪ ਹੈ। ਉਹਨੂੰ ਅਤੀਤ ਵੀ ਕਹਿੰਦੇ ਨੇ, ਉਹਨੂੰ ਨਿਰਲੇਪ ਵੀ ਕਹਿੰਦੇ ਨੇ। ਉਹ ਨਿਰਲੇਪ ਹੈ, ਰਹਿੰਦਾ ਸਾਰਿਆਂ ਦੇ ਵਿੱਚ ਹੈ ਪਰ ਉਹਨਾਂ ਲਿਪਤ ਨਹੀਂ ਹੈ, ਨਿਰਲੇਪ ਹੈ। ਗਰਭ ਗੰਜਨ ਸਰਬ ਭੰਜਨ, ਉਹ ਹੰਕਾਰ ਨੂੰ ਤੋੜਨ ਵਾਲਾ ਹੈ, ਸਭ ਦਾ ਨਾਸ਼ ਕਰਨ ਵਾਲਾ। ਸਰਬ ਭੰਜਨ, ਸਭ ਦਾ ਨਾਸ਼ ਕਰਨ ਵਾਲਾ ਹੈ। ਆਦਿ ਰੂਪ, ਉਹ ਸ਼ੁਰੂ ਤੋਂ ਹੀ ਹੈ, ਉਹ ਸ਼ੁਰੂ ਤੋਂ ਹੀ ਹੈ, ਆਦਿ ਤੋਂ ਹੀ ਹੈ। ਅਸੂਤ ਹੁੰਦਾ ਜਨਮ ਤੋਂ ਰਹਿਤ। ਸੂਤਕ ਪਾਤਕ ਹੁੰਦਾ ਜਦ ਬੱਚਾ ਪੈਦਾ ਹੁੰਦਾ ਹੈ। ਫਿਰ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਹੈ ਉਸ ਘਰ 'ਚ ਕਿੰਨੇ ਕਿੰਨੇ ਲੋਕ ਆਇਆ ਨਹੀਂ ਸਨ ਕਰਦੇ, ਇਹ ਸੂਤਕ ਪਾਤਕ ਹੈ ਜੀ। ਇਸ ਲਈ ਅਸੂਤ ਹੈ, ਉਹ ਜਨਮ ਤੋਂ ਰਹਿਤ ਹੈ। ਸਾਡਾ ਤਾਂ ਜਨਮ ਹੋਇਆ, ਉਹਦਾ ਜਨਮ ਨਹੀਂ ਹੁੰਦਾ, ਉਹ ਆਪਣੇ ਆਪ ਤੋਂ ਹੈ। ਅਸੂਤ ਹੈ ਜੋ ਜਨਮ ਤੋਂ ਰਹਿਤ ਹੈ। ਅੰਗਹੀਨ, ਉਹਦਾ ਕੋਈ ਅੰਗ ਨਹੀਂ ਹੈ। ਅਭੰਗ, ਉਹ ਨਾਸ਼ ਰਹਿਤ ਹੈ, ਉਹਨੂੰ ਨਾਸ਼ ਕਰਨ ਵਾਲਾ ਕੋਈ ਨਹੀਂ, ਉਹਦਾ ਨਾਸ਼ ਨਹੀਂ ਹੁੰਦਾ, ਉਹ ਅਵਿਨਾਸ਼ੀ ਹੈ, ਨਾਸ਼ ਰਹਿਤ ਹੈ। ਅਨਾਤਮ, ਉਹਦੀ ਕੋਈ ਆਤਮਾ ਨਹੀਂ ਹੈ, ਉਹ ਆਤਮਾ ਤੋਂ ਰਹਿਤ ਹੈ। ਅਨਾਤਮ ਅਨ ਆਤਮ, ਉਹ ਆਤਮਾ ਤੋਂ ਬਿਨਾਂ ਹੈ, ਇਸ ਲਈ ਉਹ ਅਨਾਤਮ ਹੈ। ਏਕ ਪੁਰਖ ਅਪਾਰ, ਉਹ ਇੱਕੋ ਇੱਕ ਹੈ, ਪੁਰਖ ਉਹ ਸਭ ਦੇ ਵਿੱਚ ਬਿਰਾਜਮਾਨ ਹੈ। ਅਪਾਰ, ਉਹ ਬੇਅੰਤ ਹੈ। ਸਰਬ ਲਾਇਕ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਲਾਇਕ ਹੈ, ਔਰ ਕਿ ਬੱਚਾ ਬੜਾ ਲਾਇਕ ਹੈ, ਵੀ ਕੰਮ ਕਰਨ ਦੇ ਯੋਗ ਹੈ, ਸਮਰੱਥ ਹੈ। ਸਰਬ ਲਾਇਕ, ਪਰਮਾਤਮਾ ਹਰ ਇੱਕ ਕੰਮ ਕਰਨ ਦੇ ਸਮਰੱਥ ਹੈ। ਸਰਬ ਘਾਇਕ, ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ, ਉਹ ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ। ਜਦੋਂ ਮਰਜ਼ੀ ਹੈ ਸਭ ਨਾਸ਼ ਕਰਦੇ ਹਨ। ਸਾਰਾ ਕੁਝ ਕਰਨ ਦੇ ਸਮਰੱਥ ਹੈ, ਸਭ ਨੂੰ ਨਾਸ਼ ਕਰਨ ਵਾਲਾ ਹੈ। ਸਰਬ ਕੋ ਪ੍ਰਤਿਪਾਰ, ਅਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਵੀ ਹੈ। ਉਹ ਸਭ ਨੂੰ ਬਣਾਉਣ ਵਾਲਾ ਵੀ ਹੈ, ਸਭ ਨੂੰ ਨਾਸ਼ ਕਰਨ ਵਾਲਾ ਵੀ ਹੈ, ਸਭ ਦੀ ਪਾਲਣਾ ਕਰਨ ਵਾਲਾ ਵੀ ਹੈ। ਫਿਰ ਦੇਖੋ ਆਪ ਰੂਪ, ਉਹਦਾ ਰੂਪ ਆਪਣੇ ਆਪ ਤੋਂ ਹੈ, ਉਹਦਾ ਸਰੂਪ ਆਪਣੇ ਆਪ ਤੋਂ ਹੈ, ਉਸਨੂੰ ਕਿਸੇ ਨੇ ਬਣਾਇਆ ਨਹੀਂ, ਉਹ ਆਪਣੇ ਆਪ ਤੋਂ ਹੈ। ਅਮੀਕ ਹੁੰਦਾ ਅਥਾਹ, ਪਾ ਬੇਅੰਤ। ਪਰਮਾਤਮਾ ਅਮੀਕ ਹੈ, ਅਥਾਹ ਹੈ, ਅਨ ਉਸਤਤ। ਉਹ ਉਪਮਾ ਤੋਂ ਰਹਿਤ ਹੈ, ਭਾਵ ਅਸੀਂ ਉਹਦੀ ਵਡਿਆਈ ਸਾਰੀ ਕਰ ਹੀ ਨਹੀਂ ਸਕਦੇ, ਉਹਦੀ ਕੋਈ ਸਾਰੀ ਵਡਿਆਈ ਕਰ ਹੀ ਨਹੀਂ ਸਕਦਾ। ਵਡਿਆਈ ਕਰ ਕਰਕੇ ਅਸੀਂ ਉਹਦੇ ਨਾਲ ਤੇ ਮਿਲ ਸਕਦੇ। ਵਡਿਆਈ ਵੱਡਾ ਪਾਇਆ, ਉਹਦੀਆਂ ਵਡਿਆਈਆਂ ਕਰ ਕਰਕੇ ਮਨੁੱਖ ਉਸ ਵੱਡੇ ਨੂੰ ਪ੍ਰਾਪਤ ਕਰ ਲੈਂਦਾ। ਅਤੇ ਗੁਰਮੰਤਰ ਦੇ ਵਿੱਚ ਪਰਮਾਤਮਾ ਦੀ ਸਾਰੀਆਂ ਵਡਿਆਈਆਂ ਇਕੱਠੀਆਂ ਨੇ। ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸਮਝੋ ਤੁਸੀਂ ਉਹਦੀ ਸਾਰੀਆਂ ਵਡਿਆਈਆਂ ਦਾ ਵਰਣਨ ਕਰ ਰਹੇ ਹੋ। ਵਾਹਿਗੁਰੂ 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 ਕਰਦਾ ਕਰਦਾ ਬੰਦਾ, ਉਹਦੇ ਬੰਦੇ 'ਚ ਹੌਲੀ ਹੌਲੀ ਵਾਹਿਗੁਰੂ ਵਾਲੇ ਗੁਣ ਪੈਦਾ ਹੋ ਜਾਂਦੇ ਨੇ, ਉਹ ਗੁਣਵਾਨ ਹੋ ਜਾਂਦਾ ਹੈ। ਫਿਰ ਵਾਹਿਗੁਰੂ ਵਾਹਿਗੁਰੂ ਕਰਦਾ ਰੱਬ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਹੈ।
ਤੇ ਵਾਹਿਗੁਰੂ ਵਾਹਿਗੁਰੂ ਕਰਦਾ ਇਸ ਜਨਮ 'ਚ ਅਗਲੇ 'ਚ ਅਗਲੇ 'ਚ ਅਗਲੇ 'ਚ ਜਿਸ ਜਨਮ 'ਚ ਜਾ ਕੇ ਉਹ ਪਰਮਾਤਮਾ ਵਰਗਾ ਹੋ ਜਾਂਦਾ ਹੈ, ਉਹਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਬਾਹਰੋਂ ਸ਼ਕਲ ਸੂਰਤ ਤੋਂ ਨਹੀਂ, ਸਾਡੀ ਤਾਂ ਸ਼ਕਲ ਸੂਰਤ ਹੈ, ਪਰਮਾਤਮਾ ਦੀ ਸ਼ਕਲ ਸੂਰਤ ਹੀ ਕੋਈ ਨਹੀਂ। ਉਹ ਗੁਣਵਾਨ ਹੈ, ਉਹਦੇ ਵਾਲੇ ਗੁਣ ਜਦੋਂ ਸਾਡੇ ਵਿੱਚ ਪੈਦਾ ਹੋ ਜਾਣਗੇ ਫਿਰ ਸਾਡਾ ਉਹਦੇ ਨਾਲ ਮੇਲ ਹੋ ਜਾਏਗਾ। ਬੜਾ ਵਧੀਆ ਸਾਧੂਆਂ ਸੰਤਾਂ ਮਹਾਤਮਾ ਪੀਰਾਂ ਪੈਗੰਬਰਾਂ ਨੇ ਸ਼ਬਦ ਕੱਢਿਆ ਗੁਰਮੰਤਰ। ਬਸ ਕਹਿੰਦੇ ਇਹਦਾ ਜਾਪ ਕਰਦੇ ਰਹੋ, ਇੱਕ ਦਿਨ ਜਿਸ ਦਾ ਤੁਸੀਂ ਜਾਪ ਕਰ ਰਹੇ ਤੁਸੀਂ ਉਸੇ ਨੂੰ ਪ੍ਰਾਪਤ ਕਰ ਲਓਗੇ, ਅਤੇ ਜਿੱਦੇ ਉਸ ਨੂੰ ਪ੍ਰਾਪਤ ਕਰ ਲਓਗੇ ਤੁਹਾਡਾ ਜਨਮ ਮਰਨ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਏਗਾ। ਫਿਰ ਤੁਹਾਨੂੰ ਦੁਬਾਰਾ ਜਨਮ ਲੈਣ ਦੀ ਲੋੜ ਨਹੀਂ ਪਏਗੀ। ਇਸ ਲਈ ਉਹ ਇੱਕੋ ਇੱਕ ਪੁਰਖ ਹੈ, ਅਵਧੂਤ ਹੈ, ਨਿਰਲੇਪ ਹੈ, ਗਰਭ ਗੰਜਨ ਹੈ, ਹੰਕਾਰ ਦਾ ਨਾਸ਼ ਕਰਨ ਵਾਲਾ ਹੈ, ਸਰਬ ਭੰਜਨ ਹੈ, ਸਾਰਿਆਂ ਦਾ ਨਾਸ਼ ਕਰਨ ਵਾਲਾ ਹੈ, ਆਦਿ ਰੂਪ ਹੈ, ਉਹ ਸਭ ਤੋਂ ਪਹਿਲਾ ਹੈ, ਅਸੂਤ ਹੈ, ਉਹ ਜਨਮ ਤੋਂ ਰਹਿਤ ਹੈ, ਅੰਗਹੀਨ ਹੈ, ਉਸ ਦਾ ਕੋਈ ਅੰਗ ਨਹੀਂ ਹੈ, ਅਭੰਗ ਹੈ, ਉਹਨੂੰ ਕੋਈ ਤੋੜ ਨਹੀਂ ਸਕਦਾ, ਉਹਨੂੰ ਕੋਈ ਮਾਰ ਨਹੀਂ ਸਕਦਾ, ਉਹ ਤੇ ਨਾਸ਼ ਰਹਿਤ ਹੈ, ਅਨਾਤਮ, ਉਹ ਆਤਮਾ ਤੋਂ ਰਹਿਤ ਹੈ, ਏਕ ਪੁਰਖ, ਉਹ ਇੱਕੋ ਇੱਕ ਹੈ, ਅਪਾਰ, ਉਹ ਬੇਅੰਤ ਹੈ, ਸਰਬ ਲਾਇਕ, ਉਹ ਸਭ ਕੁਝ ਕਰਨ ਦੇ ਸਮਰੱਥ ਹੈ, ਸਰਬ ਘਾਇਕ, ਉਹ ਸਾਰਿਆਂ ਨੂੰ ਨਾਸ਼ ਕਰਨ ਵਾਲਾ ਹੈ, ਸਰਬ ਕੋ ਪ੍ਰਤਿਪਾਰ, ਅਤੇ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਅੱਗੇ ਦਸਮ ਪਾਤਸ਼ਾਹ ਕਹਿੰਦੇ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀਂ ਚਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵਹੀ ਵਚਿਤ। ਸਰਬ ਗੰਤਾ, ਗੰਤਾ ਹੁੰਦਾ ਗਤੀ ਕਰਨ ਵਾਲਾ, ਉਹ ਸਾਰਿਆਂ ਦੀ ਗਤੀ ਕਰਨ ਵਾਲਾ ਹੈ। ਜਿਹੜੇ ਭਜਨ ਬੰਦਗੀ ਨਹੀਂ ਕਰਦੇ ਕਈ ਵਾਰੀ ਉਹਨਾਂ ਦੀ ਗਤੀ ਨਹੀਂ ਹੁੰਦੀ, ਜਾਂ ਕਈ ਵਾਰੀ ਕੀ ਹੁੰਦਾ ਭਜਨ ਬੰਦਗੀ ਤਾਂ ਕਰਦੇ ਨੇ ਪਰ ਮਰਨ ਵੇਲੇ ਕੋਈ ਸੰਸਾਰਿਕ ਇੱਛਾ ਰਹਿ ਗਈ ਹੈ, ਉਹ ਤਾਂ ਵੀ ਨਹੀਂ ਗਤੀ ਹੁੰਦੀ। ਪਰਮਾਤਮਾ ਸਾਰਿਆਂ ਦੀ ਗਤੀ ਕਰਨ ਵਾਲਾ ਹੈ। ਫਿਰ ਸਿੱਖ ਧਰਮ ਦਾ ਕੀ ਅਸੂਲ ਹੈ ਕਿ ਮੰਨ ਲਓ ਬੰਦੇ ਦੀ ਗਤੀ ਨਹੀਂ ਹੋਈ, ਜੇ ਇੱਕ ਦੋ ਪ੍ਰਕਾਰ ਦੀ, ਇੱਕ ਹੁੰਦੀ ਗਤੀ, ਇੱਕ ਹੁੰਦੀ ਮੁਕਤੀ। ਗਤੀ ਦਾ ਮਤਲਬ ਹੈ ਕਿ ਬੰਦਾ ਜਿਹੜਾ ਹੈ ਉਹਨੂੰ ਅਗਲਾ ਜਨਮ ਮਿਲ ਗਿਆ ਹੈ, ਮਰਿਆ ਉਹਨੂੰ ਅਗਲਾ ਜਨਮ ਮਿਲ ਗਿਆ ਹੈ, ਉਹ ਹੁਣ ਭੂਤ ਪ੍ਰੇਤ ਨਹੀਂ ਬਣੇਗਾ। ਜੇ ਉਹਨੂੰ ਅਗਲਾ ਜਨਮ ਨਹੀਂ ਮਿਲਿਆ ਅਤੇ ਉਹ ਭਜਨ ਬੰਦਗੀ ਨਹੀਂ ਸੀ ਕਰਨ ਵਾਲਾ ਤਾਂ ਉਹ ਭੂਤ ਪ੍ਰੇਤ ਬਣ ਜਾਏਗਾ, ਉਹਦੀ ਗਤੀ ਨਹੀਂ ਹੋਈ। ਫਿਰ ਹਿੰਦੁਸਤਾਨ ਜਿਹੜੇ ਲੋਕ ਸਨ ਉਹ ਕੋਈ ਗਿਆ ਜਿਹੜਾ ਬਿਹਾਰ ਦੇ ਵਿੱਚ ਹੈ ਉੱਥੇ ਜਾਇਆ ਕਰਦੇ ਸਨ, ਕੋਈ ਫਿਰ ਜਿਹੜਾ ਹੈ ਬਨਾਰਸ ਜਾਂਦਾ ਸੀ, ਕੋਈ ਹਰਿਦੁਆਰ ਜਾਂਦਾ ਸੀ, ਕੋਈ ਕੁਰੂਕਸ਼ੇਤਰ ਜਾਂਦਾ ਸੀ ਗਤੀ ਕਰੋ। ਅਤੇ ਪਾਂਡੇ ਸਨ ਉਹ ਮੰਤਰਾਂ ਦਾ ਜਾਪ ਕਰਕੇ ਉਹਦੀ ਗਤੀ ਕਰ ਦਿੰਦੇ ਸਨ। ਸਿੱਖ ਧਰਮ 'ਚ ਕਿ ਉਹਦੇ ਨਿਮਿਤ ਸਹਿਜ ਪਾਠ ਜਾਂ ਅਖੰਡ ਪਾਠ ਕਰੋ ਤਾਂ ਜੋ ਉਹਦੀ ਰੂਹ ਦੀ ਗਤੀ ਹੋ ਜਾਏ, ਉਹਦੀ ਰੂਹ ਭਟਕੇ ਨਾ। ਸਰਬ ਗੰਤਾ, ਪਰਮਾਤਮਾ ਸਭ ਦੀ ਗਤੀ ਕਰਨ ਵਾਲਾ, ਸਭ ਨੂੰ ਮੁਕਤੀ ਦੇਣ ਵਾਲਾ ਹੈ। ਸਰਬ ਹੰਤਾ, ਉਹ ਸਾਰਿਆਂ ਨੂੰ ਮਾਰਨ ਵਾਲਾ ਹੈ। ਸਰਬ ਤੇ ਅਨਭੇਖ, ਉਹ ਸਾਰਿਆਂ 'ਚ ਰਹਿੰਦਾ ਹੋਇਆ ਵੀ ਅਨਭੇਖ ਹੁੰਦਾ, ਨਿਰਾਲਾ, ਉਹ ਸਭ ਤੋਂ ਨਿਰਾਲਾ, ਉਹਦੇ ਵਰਗਾ ਹੋਰ ਕੋਈ ਨਹੀਂ। ਨਿਰਾਲਾ ਕਿਹਨੂੰ ਕਹਿੰਦੇ ਨੇ? ਜਿਹਦੇ ਵਰਗਾ ਹੋਰ ਕੋਈ ਹੋਵੇ ਨਾ। ਹੈ ਸਾਰਿਆਂ ਦੇ ਵਿੱਚ ਰਹਿੰਦਾ ਪਰ ਹੈ ਨਿਰਾਲਾ, ਅਨਭੇਖ। ਸਰਬ ਸ਼ਾਸਤਰ ਨਾ ਜਾਣਹੀਂ ਇਹ ਰੂਪ ਰੰਗ ਅਰ ਰੇਖ, ਸਾਰੇ ਸ਼ਾਸਤਰ ਵੀ ਉਹਦੇ ਰੂਪ ਰੰਗ ਅਤੇ ਰੇਖ ਨੂੰ ਨਹੀਂ ਜਾਣਦੇ। ਕੋਈ ਵੀ ਸ਼ਾਸਤਰ ਨਹੀਂ ਦੱਸ ਸਕਿਆ ਉਹਦਾ ਕੀ ਰੂਪ ਹੈ, ਕੀ ਰੰਗ ਹੈ, ਕੀ ਉਹਦਾ ਚਿੰਨ੍ਹ ਹੈ, ਕੀ ਨਿਸ਼ਾਨੀ।
ਕੋਈ ਵੀ ਨਹੀਂ ਜਾਣਦਾ। ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ। ਭਾਖਤ ਹੁੰਦਾ ਕਹਿੰਦੇ ਹਨ, ਨੇਤ ਹੁੰਦਾ ਜਿਹਦਾ ਅੰਤ ਨਾ ਹੋਵੇ। ਫਿਰ ਦਾ ਮਤਲਬ ਕੀ ਹੋਇਆ? ਬੇਅੰਤ। ਵੇਦ ਵੀ ਪੁਰਾਣ ਵੀ ਇਹ ਕਹਿੰਦੇ ਨੇ ਕਿ ਪਰਮਾਤਮਾ ਬੇਅੰਤ ਹੈ, ਬੇਅੰਤ ਹੈ, ਭਾਵ ਹਮੇਸ਼ਾ ਰਹਿਣ ਵਾਲਾ ਹੈ, ਉਹਦਾ ਅੰਤ ਨਹੀਂ ਹੈ, ਉਹਨੇ ਕਦੇ ਖਤਮ ਨਹੀਂ ਹੋਣਾ, ਉਹ ਸਦਾ ਰਹਿਣ ਵਾਲਾ। ਕੋਟ ਸਿਮਰਤ ਪੁਰਾਣ ਸ਼ਾਸਤਰ। ਕਰੋੜਾਂ ਸਿਮਰਤੀਆਂ ਪੁਰਾਣ ਅਤੇ ਸ਼ਾਸਤਰ ਇਹੀ ਕਹਿੰਦੇ ਨੇ, ਨਾ ਆਵੇ ਵਚਿਤ, ਕਿ ਉਹ ਸਾਡੀ ਸਮਝ 'ਚ ਹੀ ਨਹੀਂ ਆਉਂਦਾ। ਪਰਮਾਤਮਾ ਸਾਡੀ ਸਮਝ ਦੇ ਵਿੱਚ ਆਉਣ ਵਾਲਾ ਹੀ ਨਹੀਂ ਹੈ। ਕਰੋੜਾਂ ਸਿਮਰਤੀਆਂ ਪੁਰਾਣ ਸ਼ਾਸਤਰ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਉਹ ਸਾਡੀ ਸੋਚ 'ਚ ਆਉਣ ਵਾਲਾ ਨਹੀਂ ਹੈ, ਉਹ ਸਾਡੀ ਸਮਝ ਦੇ ਵਿੱਚ ਆਉਣ ਵਾਲਾ ਨਹੀਂ ਹੈ। ਭਾਵ ਸਾਡੇ ਭਾਵੇਂ ਕਿੰਨੀਆਂ ਸਿਮਰਤੀਆਂ ਪੁਰਾਣਾ ਸ਼ਾਸਤਰਾਂ ਦਾ ਕਿਉਂ ਨਾ ਗਿਆਨ ਹੋਵੇ, ਉਸ ਗਿਆਨ ਦੇ ਵਿੱਚ ਪਰਮਾਤਮਾ ਆਉਂਦਾ ਹੀ ਨਹੀਂ ਹੈ, ਉਹ ਉਸ ਤੋਂ ਉੱਪਰ ਹੈ। ਸੋ ਇੱਥੇ ਸ਼ਬਦ ਹੈ ਗੰਤਾ, ਗਤੀ ਕਰਨ ਵਾਲਾ, ਮੁਕਤੀ ਕਰਨ ਵਾਲਾ, ਹੰਤਾ, ਮਾਰਨ ਵਾਲਾ, ਅਨਭੇਖ, ਨਿਰਾਲਾ। ਸਰਬ ਸ਼ਾਸਤਰ ਨਾ ਜਾਣਹੀ। ਸਾਰੇ ਸ਼ਾਸਤਰ ਜਾਣਦੇ ਹੀ ਨਹੀਂ ਕਿ ਉਹਦਾ ਕੀ ਰੂਪ ਹੈ, ਕੀ ਰੰਗ ਹੈ, ਕੀ ਰੇਖ ਹੈ। ਸਾਰੇ ਵੇਦ, ਸਾਰੇ ਪੁਰਾਣ ਹਮੇਸ਼ਾ ਇਹੀ ਕਹਿੰਦੇ ਨੇ ਕਿ ਉਹ ਬੇਅੰਤ ਹੈ, ਉਹ ਬੇਅੰਤ ਹੈ, ਉਹ ਬੇਅੰਤ ਹੈ। ਕਰੋੜਾਂ ਸਿਮਰਤੀਆਂ ਪੁਰਾਣ ਸ਼ਾਸਤਰ ਪੜ੍ਹ ਕੇ ਜੋ ਗਿਆਨ ਹੁੰਦਾ ਨਾ ਆਪ ਹੀ ਵਚਿਤ, ਉਸ ਗਿਆਨ 'ਚ ਪਰਮਾਤਮਾ ਆਉਂਦਾ ਹੀ ਨਹੀਂ ਹੈ। ਉਸ ਗਿਆਨ ਦੇ ਨਾਲ ਪਰਮਾਤਮਾ ਦੀ ਸਮਝ ਹੀ ਨਹੀਂ ਆਉਂਦੀ। ਪਰਮਾਤਮਾ ਸਾਡੀ ਸਮਝ ਤੋਂ ਉੱਪਰ ਹੈ। ਮਧੁ ਭਾਰ ਛੰਦ ਤਪ ਪ੍ਰਸਾਦ। ਇਹ ਮੱਧ ਭਾਰ ਨਹੀਂ ਕਹਿਣਾ। ਜੇ ਮੱਧ ਅੱਡ ਸ਼ਬਦ ਹੁੰਦਾ, ਭਾਰ ਅੱਡ ਸ਼ਬਦ ਹੁੰਦਾ, ਫਿਰ ਆਪਾਂ ਕਈ ਵਾਰੀ ਅਖੀਰਲੇ ਅੱਖਰ ਦਾ ਔਂਕੜ ਨਹੀਂ ਬੋਲਦੇ। ਇਕੱਠਾ ਸ਼ਬਦ ਹੈ ਮਧੁ ਭਾਰ, ਇਸ ਲਈ ਇਹਨੂੰ ਮਧੁ ਭਾਰ ਪੜ੍ਹਨਾ। ਮਧੁ ਭਾਰ ਛੰਦ ਤਪ ਪ੍ਰਸਾਦ, ਇਹ ਛੰਦ ਦਾ ਨਾਮ ਹੈ ਮਧੁ ਭਾਰ ਛੰਦ। ਤਪ ਪ੍ਰਸਾਦ ਦਾ ਮਤਲਬ ਹੈ ਤੇਰੀ ਕਿਰਪਾ ਨਾਲ। ਦਸਮ ਪਾਤਸ਼ਾਹ ਕਹਿੰਦੇ, ਹੇ ਪਰਮਾਤਮਾ ਤੇਰੀ ਕਿਰਪਾ ਨਾਲ ਮੈਂ ਇਹ ਛੰਦ ਲਿਖਣ ਲੱਗਾ ਹਾਂ। ਗੁਣ ਗਨ ਉਦਾਰ, ਮਹਿਮਾ ਅਪਾਰ, ਆਸਨ ਅਭੰਗ, ਉਪਮਾ ਅਨੰਗ। ਗੁਣ ਗਨ, ਬਹੁਤ ਗੁਣਾਂ ਵਾਲਾ। ਗਨ ਹੁੰਦਾ ਕਿਸੇ ਚੀਜ਼ ਦਾ ਸਮੂਹ, ਇਕੱਠ, ਭਾਵ ਬਹੁਤ ਗੁਣਾਂ ਵਾਲਾ। ਗੁਣ ਗਨ, ਪਰਮਾਤਮਾ ਬਹੁਤ ਗੁਣਾਂ ਵਾਲਾ ਹੈ। ਉਦਾਰ, ਉਹ ਖੁੱਲ੍ਹੇ ਦਿਲ ਵਾਲਾ ਹੈ, ਉਹ ਖੁੱਲ੍ਹੇ ਸੁਭਾਅ ਹੈ। ਮਹਿਮਾ ਅਪਾਰ, ਉਹਦੀ ਮਹਿਮਾ ਬੇਅੰਤ ਹੈ। ਅਪਾਰ, ਜਿਹਦਾ ਪਰਲਾ ਬੰਨਾ ਹੋਵੇ ਨਾ, ਅੰਤ ਹੋਵੇ ਹੀ ਨਾ। ਇਹ ਫਿਰ ਜਿਹਦਾ ਅੰਤ ਹੀ ਕੋਈ ਨੂੰ ਆਪਾਂ ਕੀ ਕਹਾਂਗੇ? ਬੇਅੰਤ। ਉਹਦੀ ਮਹਿਮਾ ਬੇਅੰਤ ਹੈ। ਆਸਨ ਅਭੰਗ, ਉਹਦਾ ਜਿਹੜਾ ਸਿੰਘਾਸਨ ਹੈ ਉਹ ਸਦਾ ਰਹਿਣ ਵਾਲਾ ਹੈ, ਉਹ ਭੰਗ ਨਹੀਂ ਹੁੰਦਾ, ਉਹ ਖਤਮ ਨਹੀਂ ਹੁੰਦਾ, ਉਹ ਸਦਾ ਰਹਿਣ ਵਾਲਾ ਹੈ। ਉਪਮਾ ਅਨੰਗ, ਅਨੰਗ ਹੁੰਦਾ ਅਖੰਡ, ਜਿਹੜੀ ਖੰਡਿਤ ਨਾ ਹੋਵੇ, ਉਹਦੀ ਉਪਮਾ ਤਾਂ ਹਮੇਸ਼ਾ ਰਹਿਣ ਵਾਲੀ ਹੈ। ਇਹ ਨਹੀਂ ਕਿ ਅੱਜ ਉਹਦੀ ਵਡਿਆਈ ਹੈ ਅਤੇ ਕੱਲ੍ਹ ਨੂੰ ਨਹੀਂ ਹੈ। ਉਹਦੀ ਉਪਮਾ ਤਾਂ ਹਮੇਸ਼ਾ ਹੈ। ਸੋ ਪਰਮਾਤਮਾ ਬੇਅੰਤ ਗੁਣਾਂ ਦਾ ਮਾਲਕ ਹੈ। ਗੁਣ ਗਨ, ਉਹ ਬੇਅੰਤ ਗੁਣਾਂ ਵਾਲਾ ਹੈ। ਉਦਾਰ, ਉਹ ਖੁੱਲ੍ਹੇ ਦਿਲ ਵਾਲਾ ਹੈ। ਕਈ ਲੋਕ ਜਿਹੜੇ ਦਾਨ ਮੰਗਣ ਜਾਂ ਬੜੇ ਖੁੱਲ੍ਹੇ ਦਿਲ ਖੋਲ੍ਹ ਕੇ ਦਾਨ ਦਿੰਦੇ, ਜੇ ਫਲਾਣੇ ਦਿਲ ਖੋਲ੍ਹ ਕੇ ਦਾਨ ਦਿੱਤਾ, ਉਹ ਖੁੱਲ੍ਹੇ ਦਿਲ ਵਾਲੇ ਹੁੰਦੇ ਨੇ। ਮਹਿਮਾ ਅਪਾਰ, ਉਹਦੀ ਮਹਿਮਾ ਬੇਅੰਤ ਹੈ, ਉਹਦੀ ਵਡਿਆਈ ਬੇਅੰਤ ਹੈ। ਆਸਨ ਅਭੰਗ, ਆਸਨ ਹੁੰਦਾ ਜਿੱਥੇ ਬੈਠਦਾ ਬੰਦਾ, ਭਾਵ ਜਿਵੇਂ ਰਾਜਿਆਂ ਦਾ ਸਿੰਘਾਸਨ ਹੁੰਦਾ। ਰਾਜਿਆਂ ਦਾ ਸਿੰਘਾਸਨ ਸਦਾ ਨਹੀਂ ਰਹਿੰਦਾ। ਰਾਜਾ ਮਰ ਗਿਆ, ਗੱਲ ਖਤਮ ਹੈ, ਹੋਰ ਰਾਜਾ ਆ ਕੇ ਸਿੰਘਾਸਨ 'ਤੇ ਬੈਠ ਜਾਂਦਾ ਹੈ।
परमात्मा जिहड़ा संघासन है वो तो अपंग है, वो तो सदा रहन वाला है। उपमा अनंग, ਉਹਦੀ उपमा कदे खत्म होने वाली नहीं हैगी, वो तो अखंड है, ਉਹਦੀ लगातार वड्याई हो रही है। अगे कहते अनपौ प्रकाश निस दिन अनास अजान बाहो शहान शाहो। अनपौ प्रकाश, ਉਹਦਾ प्रकाश अपने आप तो है, ਉਹਦਾ प्रकाश अपने आप तो है। ਉਹਨੂੰ ਕਿਸੇ ਨੇ ਪ੍ਰਕਾਸ਼ ਨਹੀਂ ਦਿੱਤਾ, ਉਹ ਆਪਣੇ ਆਪ ਤੋਂ ਉਸ ਦਾ ਪ੍ਰਕਾਸ਼ ਹੈ। ਨਿਸ ਦਿਨ ਅਨਾਸ, ਨਿਸ ਰਾਤ ਨੂੰ ਕਹਿੰਦੇ ਨੇ, ਦਿਨ ਦਿਨ ਹੋ ਗਿਆ, ਅਨਾਸ ਜਿਹਦਾ ਨਾਸ ਨਾ ਹੋਵੇ, ਨਾ ਉਹ ਦਿਨੇ ਉਹਦਾ ਨਾਸ ਹੁੰਦਾ, ਨਾ ਰਾਤ ਨੂੰ ਨਾਸ ਹੁੰਦਾ, ਭਾਵ ਉਹ ਤਾਂ ਅਨਾਸ ਹੈ, ਉਹਦਾ ਤਾਂ ਕਦੇ ਨਾਸ਼ ਹੋਣਾ ਹੀ ਨਹੀਂ ਹੈ, ਉਹਨੇ ਤਾਂ ਕਦੇ ਮਰਨਾ ਹੀ ਨਹੀਂ ਹੈਗਾ। ਅਜਾਨ ਬਾਹੋ, तो एक शब्द ना बाहुबल, फलाने बंदे बड़ा बाहुबल है। बाहू बने बाह तो बल बने ताकत, जिहदियां बाहां च बहुत ताकत होवे उहनूं की कहंदे ने बाहुबल। ये बाहुबली है जी, इहदियां बाहां च बहुत ताकत है, इसलिए बाहू बने बाह। आजान हुंदे बहुत लंमियां, ओहदियां बाहां बहुत लंमियां हन। ਜਿਵੇਂ ਤੁਸੀਂ ਸ਼੍ਰੀ ਚੰਦ ਜੀ ਦੀ ਫੋਟੋ ਦੇਖੀ ਹੋਣੀ ਹੈ, ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦਾ ਛੋਟਾ ਭਰਾ, ਹਾਂ ਲਖਮੀ ਦਾਸ ਜੀ, ਉਹਨਾਂ ਨੇ ਫੈਸਲਾ ਕਰ ਲਿਆ ਵੀ ਮੈਂ ਤਾਂ ਸੱਚਖੰਡ ਜਾਣਾ। ਘੋੜਾ ਤਿਆਰ ਕੀਤਾ, ਆ ਬੈਠ ਗਏ, ਘਰ ਵਾਲੀ ਬਿਠਾਈ, ਇੱਕ ਪੁੱਤਰ ਸੀ ਉਹਨਾਂ ਦਾ, ਉਹ ਬਿਠਾਇਆ, ਆਕਾਸ਼ ਨੂੰ ਜਾ ਰਿਹਾ। श्री चंद देखे भी ओहो भी मैं तो बेहंगम है, मैं तो शादी कराई नहीं, मेरी तो औलाद होनी नहीं, ये चलिया चलिया तो साढ़े बाप दादा अगे वंश ही नहीं चलेगा, ਉਹਦਾ अगे पुत्र होएगा कि बच्चा तां ही वंश चलेगा ना। ਇਹਨੇ ਚਲੋ काफ़ी कहते आकाश च चले गया सी घोड़े समेत। श्री चंद ने अपनी लम्मी बांह की, वो कहता अपना मुंडा तो दे दे, तो मुंडे पिछों खिंच लिया, तो उस लड़के तो फिर अगे गुरु नानक देव दा वंश चलिया, उस तो अगे चलिया, पुत दा पोतरा पड़ोता अगे अगे अगे। फिर कई बारी एक बच्चे दे अगे दो बच्चे हो जाते। सो इसलिए किते 17वीं गद्दी ते कोई बैठा है, तो किते 13वीं गद्दी ते बैठा है, उन्हों दा वंश अजे तक गुरु नानक देव चल रहा। चंगी श्री चंद जी ने सुझ गई, नहीं तो वंश ही नहीं सी चलना। ਹੁਣ ਤਾਂ ਬੇਦੀ ਮਾਣ ਕਰਦੇ ਨਾ, ਗੁਰੂ ਨਾਨਕ ਬੇਦੀ ਸਨ, ਅਸੀਂ ਉਹਨਾਂ ਦੀ ਕੁਲ ਵਿੱਚੋਂ, ਬੜੀ ਚੰਗੀ ਗੱਲ ਹੈ। ਕਿਸੇ ਵੱਡੇ ਮਹਾਂਪੁਰਖ ਦੀ ਕੁਲ ਵਿੱਚੋਂ ਬੇਦੀ ਹੋਣਾ, ਸੋਢੀ ਹੋਣਾ ਅਤੇ ਭੱਲਾ ਹੋਣਾ, ਤ੍ਰਿਹਣ ਹੋਣਾ, ਇਹ ਚਾਰ ਹੀ ਨੇ ਸਨ। ਗੁਰੂ ਨਾਨਕ ਦੇਵ ਜੀ ਬੇਦੀ ਸਨ, ਜਿਹੜੇ ਗੁਰੂ ਅੰਗਦ ਦੇਵ ਜੀ ਸਨ ਇਹ ਤ੍ਰਿਹਣ ਸਨ, ਜਿਹੜੇ तीसरे पातशाह गुरु अमरदास जी ये भले सन, तो चौथे पातशाह तो लैके 10वें पातशाह सारे अगे सोढ़ी सन। पीढ़ी चली सोढ़ियाँ हैं, फिर उन्होंने पीढ़ी अगे चल पे हैं। सो इसलिए अजान बाहो परमात्मा लम्मियां बाहां वाला है, असी उस तो भज के किते जा नहीं सकते, भाव असी उहदे वस विच हां, लम्मियां बाहां वाला। शहान शाहो, वो शाहूकारां दा शाहूकार है। शाह दा जो फारसी च बहुवचन बनाते ना, वो कन्ना ते नन्ना ला के बनाते, शाह शाहान, शाह दा बहुवचन है। शाहान शाहां दा शाह, शाहां दा शाह, शहान शाह, परमात्मा शाहां दा शाह है। राजान राज, पानान भान, देवान देव, उपमा महान। राजान, राजे का बहुवचन है राजान, राजियां दा राजा, राजान राज, परमात्मा राजियां दा राजा है।
ਪਾਨਾਨ ਭਾਨ, ਭਾਨ ਸੂਰਜ ਨੂੰ ਕਹਿੰਦੇ ਨੇ। ਪਾਨਾਨ ਸੂਰਜਾਂ ਦਾ ਸੂਰਜ ਹੈ। ਪਾਨਾਨ ਭਾਨ, ਪਰਮਾਤਮਾ ਸੂਰਜਾਂ ਦਾ ਸੂਰਜ ਹੈ। ਦੇਵਾਨ ਦੇਵ, ਦੇਵ ਦੇਵਤਾ, ਦੇਵਾਨ ਦੇਵਤੇ, ਦੇਵਾਨ ਦੇਵ, ਪਰਮਾਤਮਾ ਦੇਵਤਿਆਂ ਦਾ ਦੇਵਤਾ ਹੈ। ਉਪਮਾ ਮਹਾਨ, ਉਹਦੀ ਵਡਿਆਈ ਬਹੁਤ ਵੱਡੀ ਹੈ। ਉਪਮਾ ਵਡਿਆਈ ਨੂੰ ਕਹਿੰਦੇ, ਉਹ ਵੱਡੀ ਵਡਿਆਈ ਹੈ। ਇੰਦਰਾਨ ਇੰਦਰ, ਬਾਲਾਨ ਬਾਲ, ਰੰਕਾਨ ਰੰਕ, ਕਾਲਾਨ ਕਾਲ। ਇੰਦਰਾਨ ਇੰਦਰ, ਇੰਦਰ ਦਾ ਬਹੁਵਚਨ ਹੈ ਇੰਦਰਾਨ, ਉਹ ਇੰਦਰਾਂ ਦਾ ਇੰਦਰ ਹੈ। ਸਵਰਗ ਦੇ ਰਾਜੇ ਨੂੰ ਕੀ ਕਹਿੰਦੇ ਨੇ? ਇੰਦਰ। ਇੰਦਰ ਨਾਮ ਨਹੀਂ ਹੈ, ਇੰਦਰ ਪੋਸਟ ਦਾ ਨਾਮ ਹੈ। ਜਿਹੜਾ ਸਵਰਗ ਦਾ ਰਾਜਾ ਬਣੇਗਾ ਉਹਨੂੰ ਹੀ ਇੰਦਰ ਕਹਿੰਦੇ ਨੇ, ਉਹਨੂੰ ਇੰਦਰ ਕਹਿੰਦੇ। ਇੱਕ ਵਾਰੀ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦਰਬਾਰ ਲੱਗਾ। ਹੁਣ ਜਿਹੜੇ ਗੁਰੂ ਸਨ ਉਹ ਕਥਾ ਕਰ ਰਹੇ ਨੇ। ਰਾਮ ਚੰਦਰ ਅਚਾਨਕ ਤਾੜੀ ਮਾਰ ਕੇ ਹੱਸ ਪਏ। ਹੁਣ ਦੇ ਗੁਰੂ ਕਹਿੰਦੇ ਵੀ ਰਾਮ ਚੰਦਰ ਜੀ, ਕਥਾ ਵਿੱਚ ਹੱਸਣ ਵਾਲੀ ਤਾਂ ਕੋਈ ਗੱਲ ਨਹੀਂ ਆਈ। ਕਹਿ ਨਹੀਂ ਜੀ, ਮੈਂ ਕਥਾ 'ਤੇ ਨਹੀਂ ਹੱਸ ਰਿਹਾ, ਉਹ ਕੰਧ 'ਤੇ ਵੇਖੋ ਇੱਕ ਕੀੜਾ ਚੜ੍ਹ ਰਿਹਾ। ਦੇਖਿਆ, ਹਾਂ ਕੀੜਾ ਚੜ੍ਹ। ਕਹਿੰਦੇ ਤੁਸੀਂ ਕੀੜੇ ਨੂੰ ਵੇਖ ਕੇ ਹੱਸੇ ਕਿਉਂ? ਕਹਿੰਦੇ ਇਹਦੀ ਇੱਕ ਲੱਤ ਟੁੱਟੀ ਹੋਈ ਹੈ। ਫੜ ਕੇ ਲੋ, ਇੱਕ ਸੇਵਾਦਾਰ ਲਾਇਆ ਕੀੜ ਫੜ। ਕਹਦੇ ਹਾਂ ਕਿ ਇੱਕ ਲੱਤ ਟੁੱਟੀ ਹੈ। ਕਹਿੰਦੇ ਇੰਦਰ ਹੈ ਇਹ 14 ਵਾਰ ਸਵਰਗ ਦਾ ਰਾਜਾ ਬਣ ਚੁੱਕਾ ਹੈ, ਅਜੇ ਵੀ ਇਹਦੀ ਇੱਛਾ ਹੈ ਮੈਂ 15ਵੀਂ ਵਾਰ ਰਾਜਾ ਬਣ। ਟੁੱਟੀ ਹੋਈ ਲੱਤ ਨਾਲ ਉੱਪਰ ਨੂੰ ਚੜ੍ਹ ਰਿਹਾ ਕਿ ਮੈਨੂੰ ਫਿਰ ਸਵਰਗ ਦਾ ਰਾਜ ਮਿਲ ਜਾਏ, ਫਿਰ ਸਵਰਗ ਦਾ ਰਾਜ ਮਿਲ ਜਾਏ। ਸੋ ਬੰਦਾ ਜਿਹੜਾ ਹੈ, ਜਿੰਨਾ ਮੈਂ ਦੇ ਜਿਵੇਂ ਪੋਲੀਟੀਕਲ ਬੰਦੇ ਨੇ, ਇਹ ਜਿੰਨਾ ਚਿਰ ਮਰ ਨਹੀਂ ਜਾਂਦੇ ਉਹਨਾਂ ਚਿਰ ਇਹਨਾਂ ਜੀ ਕਰਦਾ ਅਸੀਂ ਰਾਜ ਕਰਦੇ ਹੀ ਰਹੀਏ, ਕਰਦੇ ਹੀ ਰਹੀਏ। ਇਹ ਮਰ ਕੇ ਹੀ ਇਹਨਾਂ ਦਾ ਰਾਜ ਤੋਂ ਖੜਾ ਛੁੱਟਦਾ। ਇਸੇ ਤਰ੍ਹਾਂ ਉਹ ਵੀ ਰਾਜਾ ਸੀ। ਕਹਿੰਦੇ ਇਹ ਦੇਖੋ ਲੰਗੜਾ ਹੋ ਗਿਆ, ਪਰ ਅਜੇ ਵੀ ਰਾਜ ਦੀ ਇੱਛਾ ਇਹਦੀ ਨਹੀਂ ਗਈ, ਹਾਲਾਂਕਿ 14 ਵਾਰ ਸਵਰਗ ਦਾ ਰਾਜਾ ਬਣ ਚੁੱਕਾ ਹੈ। ਸੋ ਪਰਮਾਤਮਾ ਤਾਂ ਇੰਦਰਾਂ ਦਾ ਇੰਦਰ ਹੈ, ਉਹ ਤੇ ਇੰਦਰਾਂ ਦਾ ਇੰਦਰ ਹੈ। ਬਾਲਾਨ ਬਾਲ, ਬਾਲ ਹੁੰਦਾ ਉੱਚਾ, ਬਾਲਾਨ ਉੱਚਿਆਂ ਦਾ ਉੱਚਾ। ਬਾਲਾਨ ਬਾਲ, ਪਰਮਾਤਮਾ ਉੱਚਿਆਂ ਦਾ ਉੱਚਾ ਹੈ, ਭਾਵ ਸਭ ਤੋਂ ਉੱਚਾ ਹੈ। ਰੰਕਾਨ ਰੰਕ, ਰੰਕ ਕੰਗਾਲ ਨੂੰ ਕਹਿੰਦੇ ਨੇ। ਜਿਹੜਾ ਬਹੁਤ ਗਰੀਬ ਹੋਵੇ, ਕੰਗਾਲ ਹੋਵੇ, ਉਹਨੂੰ ਕਹਿੰਦੇ ਰੰਕ। ਰੰਕਾਨ ਰੰਕ, ਉਹ ਕੰਗਾਲਾਂ ਦਾ ਕੰਗਾਲ ਹੈ, ਭਾਵ ਸਭ ਤੋਂ ਵੱਡਾ ਕੰਗਾਲ ਪਰਮਾਤਮਾ। ਬੜਾ ਅਜੀਬ ਲੱਗਦਾ। ਇੱਕ ਪਾਸੇ ਕਹਿੰਦੇ ਰਾਜਿਆਂ ਦਾ ਰਾਜਾ ਹੈ, ਅਤੇ ਦੂਜੇ ਪਾਸੇ ਕਹਿੰਦੇ ਨੰਗਾਂ ਦਾ ਨੰਗ ਹੈ। ਹਾਂਜੀ, ਪਰ ਗਰੀਬ ਹੈ। ਬੜਾ ਅਜੀਬ ਲੱਗਦਾ ਵੇਖਣ। ਆਮ ਬੰਦੇ ਸਮਝ ਨਹੀਂ ਆਉਂਦੀ ਵੀ ਇਹ ਕੀ ਗੱਲ ਹੋਈ। ਜਿਹੜਾ ਬੰਦਾ ਰਾਜਿਆਂ ਦਾ ਰਾਜਾ ਹੈ ਉਹ ਕੰਗਾਲ ਕਿਵੇਂ ਹੋ ਸਕਦਾ ਹੈ? ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਬੈਠਾ। ਜਿਹੜੇ ਅਤੀ ਕੰਗਾਲ ਲੋਕ ਨੇ ਉਹਨਾਂ 'ਚ ਵੀ ਰੱਬ ਬੈਠਾ। ਅਤੇ ਆਪਾਂ ਕਹਿੰਦੇ ਜੋ ਦੀਸੈ ਸੋ ਤੇਰਾ ਰੂਪ, ਜੋ ਵੀ ਵਿਖਾਈ ਦੇ ਰਿਹਾ ਪਰਮਾਤਮਾ ਦਾ ਰੂਪ ਹੈ, ਉਹ ਪਰਮਾਤਮਾ ਹੀ ਹੈ। ਅਤੇ ਫਿਰ ਉਹ ਕੰਗਾਲ ਦੇ ਵਿੱਚ ਬੈਠਾ, ਫਿਰ ਕੰਗਾਲ ਹੀ ਹੋਇਆ ਨਾ। ਇਸ ਲਈ ਰੰਕਾਨ ਰੰਕ, ਉਹ ਕੰਗਾਲਾਂ ਦਾ ਕੰਗਾਲ ਹੈ, ਉਹ ਗਰੀਬਾਂ ਦਾ ਗਰੀਬ ਹੈ। ਕਾਲਾਨ ਕਾਲ, ਕਾਲ ਦੇ ਮੌਤ, ਉਹ ਮੌਤ ਦੀ ਵੀ ਮੌਤ ਹੈ, ਉਹ ਕਾਲਾਂ ਦਾ ਵੀ ਕਾਲ ਹੈ। ਮੌਤ ਦੀ ਮੌਤ, ਪਾ ਮੌਤ ਨੂੰ ਵੀ ਮੌਤ ਸਾਨੂੰ ਮਾਰਦੀ ਹੈ, ਪਰਮਾਤਮਾ ਮੌਤ ਦੀ ਮੌਤ ਹੈ, ਉਹ ਮੌਤ ਨੂੰ ਵੀ ਮਾਰਨ ਵਾਲਾ ਹੈ। ਕਾਲਾਨ ਕਾਲ ਹੈ, ਉਹ ਰਾਜਿਆਂ ਦਾ ਰਾਜਾ ਹੈ, ਉਹ ਇੰਦਰਾਂ ਦਾ ਇੰਦਰ ਹੈ, ਉਹ ਉੱਚਿਆਂ 'ਚੋਂ ਸਭ ਤੋਂ ਉੱਚਾ ਹੈ, ਉਹ ਕੰਗਾਲਾਂ 'ਚ ਸਭ ਤੋਂ ਵੱਧ ਕੰਗਾਲ ਹੈ, ਉਹ ਮੌਤਾਂ ਵਿੱਚ ਸਭ ਤੋਂ ਵੱਡੀ ਮੌਤ ਹੈ। ਕਾਲਾਨ ਕਾਲ, ਉਹ ਕਾਲਾਂ ਦਾ ਕਾਲ ਹੈ। ਅਨਭੂਤ ਅੰਗ,
ਆਬਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਅਨਭੂਤ। ਭੂਤ ਹੁੰਦਾ ਤਤ, ਅੰਗ ਹੁੰਦਾ ਸਰੀਰ ਸਰੂਪ। ਪਰਮਾਤਮਾ ਦਾ ਸਰੂਪ ਤੱਤਾਂ ਤੋਂ ਰਹਿਤ ਹੈ। ਅਸੀਂ ਪੰਜਾਂ ਤੱਤਾਂ ਤੋਂ ਬਣੇ ਹਾਂ, ਪਰਮਾਤਮਾ ਕਿਸੇ ਤੱਤ ਤੋਂ ਨਹੀਂ ਬਣਿਆ, ਉਹ ਤੱਤਾਂ ਤੋਂ ਰਹਿਤ ਹੈ। ਆਬਾ ਅਭੰਗ, ਆਬਾ ਕਈਆਂ ਦੇ ਚਿਹਰੇ 'ਤੇ ਬੜਾ ਜਲਾਲ ਹੁੰਦਾ ਹੈ, ਦਗ ਦਗ ਚਿਹਰੇ ਕਰਦੇ ਕਈਆਂ ਦੇ, ਉਹ ਆਬਾ ਹੈ। ਉਹਨਾਂ ਦਾ ਜਲਾਲ ਅਭੰਗ ਹੈ, ਸਦਾ ਰਹਿਣ ਵਾਲਾ ਹੈ। ਪਰਮਾਤਮਾ ਦਾ ਜਲਾਲ ਸਦਾ ਰਹਿਣ ਵਾਲਾ ਹੈ। ਉਹਦਾ ਜਿਹੜਾ ਅੰਗ ਸਰੂਪ ਹੈ ਉਹ ਅਨਭੂਤ ਹੈ, ਉਹ ਤੱਤਾਂ ਤੋਂ ਰਹਿਤ ਹੈ। ਗਤ ਮਿਤ ਅਪਾਰ, ਗਤ ਮਿਤ ਅਵਸਥਾ, ਅਪਾਰ ਮਨ ਬੇਅੰਤ। ਉਹਦੀ ਅਵਸਥਾ ਇੰਨੀ ਉੱਚੀ ਹੈ ਕਿ ਉਹਨੂੰ ਕੋਈ ਜਾਣ ਹੀ ਨਹੀਂ ਸਕਦਾ, ਉਹ ਤਾਂ ਅਪਾਰ ਹੈ। ਉਹਦੀ ਅਵਸਥਾ ਬੇਅੰਤ ਉੱਚੀ ਹੈ, ਉਹ ਬੇਅੰਤ ਸਮਰੱਥਾ ਵਾਲਾ ਹੈ। ਗੁਣ ਗਾਨ, ਉਸ ਬੇਅੰਤ ਗੁਣਾਂ ਦਾ ਮਾਲਕ ਹੈ, ਉਹ ਗੁਣਾਂ ਦਾ ਸਮੂਹ ਹੈ। ਗੁਣ ਗਾਨ ਗੁਣਾਂ ਦਾ ਸਮੂਹ, ਜਿਹਦੇ ਕੋਲ ਬੇਅੰਤ ਗੁਣ ਹੋਣ, ਉਹ ਬੇਅੰਤ ਗੁਣਾਂ ਵਾਲਾ ਹੈ, ਉਦਾਰ ਹੈ, ਉਹ ਖੁੱਲ੍ਹ ਦਿਲਾ ਹੈ, ਉਹ ਖੁੱਲ੍ਹ ਦਿਲਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, 91 ਛੰਦ ਹੋ ਗਏ ਨੇ, ਸਮਾਂ ਪੂਰਾ ਹੋ ਗਿਆ। ਬਾਕੀ ਵਿਚਾਰ ਕੱਲ੍ਹ ਨੂੰ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।